ਸੋ ਪਰਮੇਸ਼ਰ ਦਾ ਬਹੁਤ ਧੰਨਵਾਦ ਹੈ ਕਿ ਉਹਨੇ ਇਕੱਠੇ ਕੀਤਾ ਕਿ ਅਸੀਂ ਪਰਮੇਸ਼ਰ ਦੇ ਵਚਨਾਂ ਚੋਂ ਸਿੱਖ ਸਕੀਏ, ਉਹਦੀ ਮਹਿਮਾ ਗਾ ਸਕੀਏ। ਸੋ ਸਮੇਂ ਦੀ ਕਮੀ ਦੇ ਕਾਰਨ ਛੇਤੀ ਚੱਲਾਂਗੇ, ਔਰ ਅੱਜ ਤਾਂ ਮੈਂ ਮੂੰਹ ਜਵਾਨੀ ਹੀ ਕਰਾਂਗਾ, ਅੱਜ ਅਸੀਂ ਬਾਈਬਲ ਦੇ ਵਿੱਚੋਂ ਨਹੀਂ ਪੜਾਂਗੇ। ਸੋ ਅੱਜ ਇੱਕ ਬਹੁਤ ਜ਼ਰੂਰੀ ਚੀਜ਼ ਹੈ, ਜਿਹੜਾ ਮੇਰਾ ਵਚਨ ਦਾ ਅੱਜ ਖਾਸ ਹੈ, ਉਹ ਹੈ ਬੌਰਨ ਅਗੇਨ ਦੇ ਉੱਤੇ, ਜਿਹੜਾ ਅਸੀਂ ਕਹਿੰਦੇ ਹਾਂ ਨਵਾਂ ਜਨਮ। ਹਾਲੇਲੂਇਆ। ਸੋ ਨਵੇਂ ਜਨਮ ਦੇ ਉੱਤੇ ਮੈਂ ਅੱਜ ਇੱਕ ਛੋਟੀ ਜਿਹੀ ਟੀਚਿੰਗ ਦੇਣਾ ਚਾਹੁੰਦਾ ਹਾਂ, ਕਿਉਂਕਿ ਜਦ ਵੀ ਅਸੀਂ ਕਿਸੇ ਕਲੀਸਿਆ ਦੇ ਵਿੱਚ ਜਾਂਦੇ ਹਨ, ਇੱਕ ਸਵਾਲ ਪੁੱਛਿਆ ਜਾਂਦਾ ਹੈ, ਆਰ ਯੂ ਬੌਰਨ ਅਗੇਨ? ਪੁੱਛਿਆ ਜਾਂਦਾ ਹੈ ਕਿ ਨਹੀਂ? ਹਾਲੇਲੂਇਆ। ਸਭ ਨੂੰ ਆਵਾਜ਼ ਪਹੁੰਚ ਰਹੀ ਹੈ ਮੇਰੀ? ਓਕੇ। ਸੋ ਇੱਕ ਸਵਾਲ ਪੁੱਛਿਆ ਜਾਂਦਾ ਹੈ, ਆਰ ਯੂ ਬੌਰਨ ਅਗੇਨ? ਕਿ ਤੁਸੀਂ ਨਵਾਂ ਜਨਮ ਪਾਇਆ ਹੋਇਆ ਹੈ? ਜਦ ਇੱਕ ਵਿਅਕਤੀ ਅੱਗੇ ਕਹਿੰਦਾ ਹੈ ਕਿ ਹਾਂ ਪਾਇਆ ਹੈ, ਤਾਂ ਬੜਾ ਖੁਸ਼ ਹੋ ਕੇ ਕਹਿੰਦੇ ਹਨ ਹਾਂ ਠੀਕ ਹੈ, ਬਸ। ਹਾਲੇਲੂਇਆ। ਪਰ ਨਵੇਂ ਜਨਮ ਨੂੰ ਸਮਝਣਾ ਹੈ ਕਿ ਨਵਾਂ ਜਨਮ ਹੈ ਕੀ। ਬਾਈਬਲ ਦੇ ਵਿੱਚ ਹੋਸ਼ੇ ਦੀ ਕਿਤਾਬ ਦੇ ਵਿੱਚ ਲਿਖਿਆ ਹੈ, 4:6 ਦੇ ਵਿੱਚ ਲਿਖਿਆ ਹੋਇਆ ਹੈ ਕਿ ਗਿਆਨ ਦੀ ਕਮੀ ਦੇ ਕਾਰਨ ਮੇਰੀ ਪ੍ਰਜਾ ਨਾਸ਼ ਹੁੰਦੀ ਹੈ। ਹਾਲੇਲੂਇਆ। ਗਿਆਨ ਨਾ ਹੋਣ ਦੇ ਕਾਰਨ ਨਹੀਂ, ਗਿਆਨ ਦੀ ਕਮੀ ਮੀਨਸ, ਇੰਗਲਿਸ਼ ਦੇ ਵਿੱਚ ਇੱਕ ਕਹਾਵਤ ਹੈ, ਹਾਫ ਨੌਲੇਜ ਇਜ਼ ਮੋਰ ਡੇਂਜਰਸ ਦੈਨ ਨੋ ਨੌਲੇਜ, ਕਿ ਗਿਆਨ ਅਗਿਆਨਤਾ ਨਾਲੋਂ ਵੱਧ ਕੇ ਖਤਰਨਾਕ ਅੱਧਾ ਗਿਆਨ ਹੋਣਾ ਹੈ। ਹਾਲੇਲੂਇਆ। ਅੱਜ ਅਸੀਂ ਲੋਕ ਔਰ ਈਵਨ ਜੋ ਪ੍ਰਚਾਰਕ ਹਨ, ਕਈ ਪ੍ਰਚਾਰਕ ਉਹ ਸਿਰਫ ਅੱਧਾ ਗਿਆਨ ਵੰਡਦੇ ਹਨ। ਐਗਜ਼ਾਮਪਲ ਦਿੰਦਾ ਹਾਂ, ਮੰਨ ਲੀਜੀਏ ਬਿਜਲੀ ਚਲੀ ਗਈ, ਔਰ ਇੱਕ ਵਿਅਕਤੀ ਆ ਕੇ, ਇੱਕ ਵਿਅਕਤੀ ਜਿਹਨੂੰ ਗਿਆਨ ਹੈ ਨਹੀਂ, ਉਹਨੂੰ ਕਹਿੰਦਾ ਹੈ ਕਿ ਯਾਰ ਆ ਮੀਟਰ ਦੇ ਵਿੱਚ ਤਾਰਾਂ ਦਾ ਕੁਝ ਕਰਦੇ, ਬਿਜਲੀ ਚਲੀ ਗਈ। ਜਿਹਨੂੰ ਗਿਆਨ ਨਹੀਂ ਹੈਗਾ ਉਹ ਕਹੂਗਾ ਮੈਨੂੰ ਨਹੀਂ ਪਤਾ, ਪਰ ਜਿਹਨੂੰ ਅੱਧਾ ਗਿਆਨ ਹੋਊਗਾ ਉਹ ਕਹੂਗਾ ਮੈਨੂੰ ਆਉਂਦਾ ਹੈ, ਮੈਂ ਕਰ ਦਿੰਦਾ, ਮੈਨੂੰ ਥੋੜਾ ਬਹੁਤਾ ਪਤਾ ਹੈ। ਤਾਂ ਜਦ ਉਹਨੇ ਤਾਰਾਂ ਪੁੱਠੀਆਂ ਜੋੜੀਆਂ ਤਾਂ ਪੂਰਾ ਘਰ ਦਾ ਫਿਊਜ਼ ਵੀ ਅੜਾਊਗਾ ਤਾਂ ਜਾਨ ਨੂੰ ਵੀ ਖਤਰਾ। ਹਾਲੇਲੂਇਆ। ਇਸੇ ਕਰਕੇ ਬਾਈਬਲ ਕਹਿੰਦਾ ਹੈ ਗਿਆਨ ਦੀ ਕਮੀ ਦੇ ਕਾਰਨ ਮੇਰੀ ਪ੍ਰਜਾ ਨਾਸ਼ ਹੋ ਰਹੀ ਹੈ। ਅੱਜ ਹੁੰਦਾ ਕੀ ਹੈ, ਇੱਕ ਵਿਅਕਤੀ ਜਦ ਬਪਤਿਸਮਾ ਲੈਂਦਾ ਹੈ, ਪਾਣੀ ਦਾ ਬਪਤਿਸਮਾ ਅਸੀਂ ਸਭ ਨੇ ਲਿਆ ਹੈ। ਹਾਲੇਲੂਇਆ। ਜਦੋਂ ਬਪਤਿਸਮਾ ਲੈਂਦਾ ਹੈ ਔਰ ਉਹਦੇ ਤੋਂ ਬਾਅਦ ਇੱਕ ਪ੍ਰਾਰਥਨਾ ਕਰਦਾ ਹੈ ਕਿ ਪ੍ਰਭੂ ਯਿਸੂ ਮਸੀਹ ਮੇਰੇ ਦਿਲ ਦੇ ਵਿੱਚ ਆ ਜਾਓ, ਮੈਂ ਤੁਹਾਨੂੰ ਆਪਣਾ ਪ੍ਰਭੂ ਕਰਕੇ ਗ੍ਰਹਿਣ ਕਰਦਾ ਹਾਂ, ਤਾਂ ਕਹਿ ਦਿੱਤਾ ਜਾਂਦਾ ਹੈ ਕਿ ਨਵਾਂ ਜਨਮ ਹੋ ਗਿਆ, ਯੂ ਆਰ ਬੌਰਨ ਅਗੇਨ। ਔਰ ਉਹ ਵਿਅਕਤੀ ਵੀ ਖੁਸ਼ ਹੋ ਕੇ ਚਰਚ ਦੇ ਵਿੱਚ ਆਉਂਦਾ ਹੈ, ਔਰ ਬਸ ਉੱਥੇ ਕਹਾਣੀ ਖਤਮ। ਉਹਨੂੰ ਲੱਗਦਾ ਹੈ ਕਿ ਮੇਰਾ ਨਵਾਂ ਜਨਮ ਹੋ ਗਿਆ। ਪਰ ਜੇ ਅਸੀਂ ਬਾਈਬਲ ਦੇ ਵਿੱਚ ਗੌਰ ਕਰੀਏ, ਨਿਕੋਦੀਮਸ ਦੇ ਬਾਰੇ ਵੀ ਪਰਮੇਸ਼ਰ ਨੇ ਕੀ ਕਹੇਗਾ। ਯਹੂਨਾ ਦੀ ਕਿਤਾਬ ਉਹਦਾ 3 ਅਧਿਆਏ, ਉਹਦੀ 1 ਤੋਂ ਜੇ ਆਪਾਂ 6 ਤੱਕ ਪੜ੍ਹੀਏ ਨਾ, ਉੱਥੇ ਪਰਮੇਸ਼ਰ ਦੇ ਕੋਲ ਨਿਕੋਦੀਮਸ ਨਾਮ ਦਾ ਇੱਕ ਵਿਅਕਤੀ ਆਇਆ, ਔਰ ਆ ਕੇ ਕਹਿੰਦਾ, ਹੇ ਰੱਬੀ, ਸਾਨੂੰ ਪਤਾ ਹੈ ਕਿ ਤੂੰ ਪਰਮੇਸ਼ਰ ਵੱਲੋਂ ਹੈ। ਪ੍ਰਭੂ ਯਿਸੂ ਕਹਿੰਦੇ ਆ ਸਭ ਗੱਲਾਂ ਨੂੰ ਛੱਡ, ਮੈਂ ਤੈਨੂੰ ਇੱਕ ਗੱਲ ਕਹਿੰਦਾ ਹਾਂ, ਜਦ ਤੱਕ ਤੂੰ ਜਲ ਔਰ ਆਤਮਾ ਤੋਂ ਜਨਮ ਨਹੀਂ ਲੈਂਦਾ, ਤਦ ਤੱਕ ਤੂੰ ਸਵਰਗ ਰਾਜ ਨੂੰ ਦੇ ਵਿੱਚ ਅੰਦਰ ਜਾਣਾ ਤਾਂ ਦੂਰ ਦੇਖ ਵੀ ਨਹੀਂ ਸਕਦਾ। ਹਾਲੇਲੂਇਆ। ਸੋ ਇਹਦੇ ਵਿੱਚ 2 ਚੀਜ਼ਾਂ ਕਹੀਆਂ ਗਈਆਂ ਹਨ ਕਿ ਜਲ ਔਰ ਆਤਮਾ ਦੇ ਦੁਆਰਾ ਤੁਸੀਂ ਜਨਮ ਲੈਣਾ ਬਹੁਤ ਜ਼ਰੂਰੀ ਹੈ। ਨਵੇਂ ਜਨਮ ਦੇ ਵਿੱਚ 2 ਚੀਜ਼ਾਂ ਇਨਕਲੂਡ ਹੁੰਦੀ ਹਨ। ਪਹਿਲੀ ਚੀਜ਼ ਹੁੰਦੀ ਹੈ ਜਲ ਦੇ ਵਿੱਚ ਤੁਸੀਂ, ਜਿਹਨੂੰ ਅਸੀਂ ਬਪਤਿਸਮਾ ਕਹਿੰਦੇ ਹਾਂ। ਦੂਜਾ ਪਵਿੱਤਰ ਆਤਮਾ ਦਾ ਬਪਤਿਸਮਾ, ਕਿਉਂਕਿ ਯਹੂਨਾ ਨੇ ਵੀ ਕਿਹਾ, ਕਹਿੰਦਾ ਕਿ ਮੈਂ ਤਾਂ ਕੇਵਲ ਜਲ ਦੇ ਨਾਲ ਬਪਤਿਸਮਾ ਦਿੰਦਾ ਹਾਂ, ਪਰ ਮੇਰੇ ਤੋਂ ਬਾਅਦ ਇੱਕ ਆਵੇਗਾ ਜੋ ਤੁਹਾਨੂੰ ਅੱਗ ਦੇ ਨਾਲ ਔਰ ਆਤਮਾ ਦੇ ਨਾਲ ਬਪਤਿਸਮਾ ਦੇਵੇਗਾ। ਹੁਣ ਇੱਕ ਸਿੱਕੇ ਦੇ 2 ਪਹਿਲੂ ਹੁੰਦੇ ਹਨ, ਹੈਡ ਐਂਡ ਟੇਲ। ਜੇ ਇੱਕ ਸਿੱਕੇ ਦਾ ਸਿਰਫ ਇੱਕ ਪਹਿਲੂ ਹੋਵੇ ਤਾਂ ਉਹ ਚੀਜ਼ ਦਾ ਕੀ ਹੋ ਸਕਦਾ ਹੈ, ਆਪਾਂ ਨੂੰ ਖਤਰਾ ਹੋ ਸਕਦਾ ਹੈ, ਉਸ ਚੀਜ਼ ਨੂੰ ਅਸੀਂ ਸਮਝ ਨਹੀਂ ਸਕਾਂਗੇ। ਹਾਲੇਲੂਇਆ। ਇਸ ਕਰਕੇ ਸਿੱਕੇ ਦੇ ਦੋਨੋਂ ਪਾਸੇ ਹੋਊਗੇ ਤਾਂ ਹੀ ਉਹ ਚੱਲੂਗਾ, ਨਹੀਂ ਤਾਂ ਉਹ ਤਾਂ ਇਨਵੈਲਿਡ ਹੋਊਗਾ। ਉਸੇ ਤਰੀਕੇ ਦੇ ਨਾਲ ਪਾਣੀ ਔਰ ਆਤਮਾ ਦੇ ਨਾਲ ਬਪਤਿਸਮਾ ਹੋਣਾ ਬਹੁਤ ਜ਼ਰੂਰੀ ਹੈ। ਹੁਣ ਜੋ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ, ਉਹ ਕਿੱਥੋਂ ਦਿੱਤੀ ਜਾਂਦੀ ਹੈ? ਉਹ ਪ੍ਰਭੂ ਯਿਸੂ ਮਸੀਹਾ ਦੇ ਬਪਤਿਸਮੇ ਤੋਂ ਦਿੱਤੀ ਜਾਂਦੀ ਹੈ, ਜੋ ਕਿ ਬਹੁਤ ਵਾਰ ਗਲਤ ਸਿੱਖਿਆ ਹੁੰਦੀ ਹੈ। ਹਾਲੇਲੂਇਆ। ਸਿੱਖਿਆ ਕੀ ਦਿੱਤੀ ਜਾਂਦੀ ਹੈ ਕਿ ਜਦ ਪ੍ਰਭੂ ਯਿਸੂ ਮਸੀਹਾ ਨੇ ਬਪਤਿਸਮਾ ਲਿਆ, ਜਦੋਂ ਪਾਣੀ ਤੋਂ ਉੱਤੇ ਆਏ, ਤਾਂ ਇੱਕ ਕਬੂਤਰ ਦੇ ਰੂਪ ਦੇ ਵਿੱਚ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਤਰਿਆ। ਹਾਲੇਲੂਇਆ। ਸਵਰਗ ਖੁੱਲ ਗਿਆ ਔਰ ਕਬੂਤਰ ਦੇ ਨਾਲ ਪਵਿੱਤਰ ਆਤਮਾ ਕੀ ਹੋਇਆ, ਉਹਨਾਂ ਦੇ ਉੱਤੇ ਉਤਰ ਆਇਆ। ਔਰ ਇਸੇ ਚੀਜ਼ ਨੂੰ ਲੈ ਕੇ ਲੋਕਾਂ ਨੂੰ ਸਿਖਾਇਆ ਜਾਂਦਾ ਹੈ ਕਿ ਜਦ ਤੁਸੀਂ ਬਪਤਿਸਮਾ ਲੈ ਲਿਆ ਤਾਂ ਤੁਹਾਡਾ ਜਲ ਔਰ ਆਤਮਾ ਦੇ ਵਿੱਚ ਬਪਤਿਸਮਾ ਹੋ ਗਿਆ।
ਪਰ ਤੁਹਾਨੂੰ ਮੈਂ ਇੱਕ ਦੱਸਣਾ ਚਾਹੁੰਦਾ ਹਾਂ, ਆਵਲੀ ਆਇਤ ਅਸੀਂ ਪੜਾਂਗੇ। ਅਸੀਂ ਖੋਲਾਂਗੇ ਯਹੂਨਾ ਦੀ ਕਿਤਾਬ, ਉਹਦਾ 1 ਅਧਿਆਏ, ਉਹਦੀ 29 ਆਇਤ। ਜੇ ਕੋਈ ਮੇਰੇ ਤੋਂ ਪਹਿਲੋਂ ਕੱਢ ਦੂਗਾ ਤਾਂ ਉਹ ਪढ़ दीजिए। सो ਇਹਦੇ ਵਿੱਚ ਲਿਖਿਆ ਹੋਇਆ ਹੈ, मैं पढ़ता हाँ। दूसरे दिन उसने यीशु को अपनी ओर आते देख कर कहा, देखो यह परमेश्वर का मेमना है जो जगत का पाप उठा ले जाता है। हालेलुया। यह वही है जिसके विषय में मैंने कहा था कि एक पुरुष मेरे पीछे आता है जो मुझसे श्रेष्ठ है, क्योंकि वह मुझसे पहले था। मैं तो उसे पहचानता ना था, परंतु इसलिए मैं जल से बपतिस्मा देता हुआ आया कि वह इज़राइल पर प्रकट हो। और यूहन्ना ने यह गवाही दी, मैंने आत्मा को कबूतर के समान आकाश से उतरते हुए देखा और वह उस पर ठहर गया। मैं तो उसे पहचानता ना था, परंतु जिसने मुझे जल से बपतिस्मा देने को भेजा उसने मुझसे कहा, मतलब परमेश्वर ने मुझसे कहा, जिस पर तू आत्मा को उतरते और ठहरते देखे वही पवित्र आत्मा से बपतिस्मा देने वाला है। हालेलुया। सो कबूतर दा आत्मा दे रूप दे विच उतरना एक चिन्ह सी जिहदे द्वारा प्रभु यीशु मसीहा ने लोकां दे सामने प्रगट होना सी कि ਇਹ ਹੀ ਮਸੀਹਾ ਹੈ। ਹਾਲੇਲੂਇਆ। ਹੁਣ ਜੇ ਅਸੀਂ ਪ੍ਰਭੂ ਯੀਸ਼ੂ ਮਸੀਹਾ ਦੇ ਦੇਖੀਏ, ਜਦ ਵੀ ਅਸੀਂ ਦੇਖਣਾ ਹੈ ਕਿ ਬਾਈਬਲ ਦੇ ਵਿੱਚੋਂ ਕੁਝ ਵੀ ਦੇਖਣਾ ਸੀ, ਦੇਖਣਾ ਹੈ ਪ੍ਰਭੂ ਯੀਸ਼ੂ ਮਸੀਹਾ ਨੇ ਕਿਸ ਤਰ੍ਹਾਂ ਕੀਤਾ ਔਰ ਚੇਲਿਆਂ ਨੇ ਕਿਸ ਤਰ੍ਹਾਂ ਕੀਤਾ। ਹਾਲੇਲੂਇਆ। ਹੁਣ ਬਪਤਿਸਮਾ ਜੋ ਹੈ, ਅਸੀਂ ਇਹਦੇ ਬਾਰੇ ਵੀ ਦੇਖਣਾ ਹੈ ਕਿ ਪ੍ਰਭੂ ਯੀਸ਼ੂ ਮਸੀਹਾ ਜੀ ਨੇ ਕਿਸ ਤਰੀਕੇ ਦੇ ਨਾਲ ਬਪਤਿਸਮਾ ਲਿਆ, ਔਰ ਉਹਨਾਂ ਦੇ ਬਪਤਿਸਮੇ 'ਚ ਅਸੀਂ ਦੇਖਾਂਗੇ ਕਿ ਪਵਿੱਤਰ ਆਤਮਾ ਔਰ ਸਾਮਰਥ ਦਾ ਬਪਤਿਸਮਾ ਕੀ ਹੁੰਦਾ ਹੈ। ਸੋ ਜਦ ਪ੍ਰਭੂ ਯੀਸ਼ੂ ਮਸੀਹਾ ਨੇ ਬਪਤਿਸਮਾ ਲੈ ਲਿਆ, ਪਾਣੀ ਤੋਂ ਬਾਹਰ ਨਿਕਲੇ, ਤਾਂ ਬਾਈਬਲ ਕਹਿੰਦਾ ਹੈ ਕਿ ਪਵਿੱਤਰ ਆਤਮਾ ਯੀਸ਼ੂ ਮਸੀਹਾ ਨੂੰ ਬਿਆਬਾਨ ਦੇ ਵਿੱਚ ਲੈ ਗਏ ਤਾਂ ਕਿ ਸ਼ੈਤਾਨ ਪਰੀਖਿਆ ਕਰੇ। ਹਾਲੇਲੂਇਆ। ਹਜੇ ਸਮਰਥ, ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸੂਗਾ ਕਿ ਸਮਰਥ ਹਜੇ ਬਾਅਦ ਚੋਂ ਉਤਰੀ ਸੀ। ਹਾਲੇਲੂਇਆ। ਬਾਈਬਲ ਕਹਿੰਦਾ ਹੈ ਪ੍ਰਭੂ ਯੀਸ਼ੂ ਮਸੀਹਾ ਕਿੱਥੇ ਗਏ? ਬਿਆਬਾਨ ਦੇ ਵਿੱਚ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਲੈ ਗਏ। ਜਦ ਤੁਸੀਂ ਪਾਣੀ ਦਾ ਬਪਤਿਸਮਾ ਲੈ ਲੈਂਦੇ ਹੋ ਨਾ, ਉਹਦੇ ਤੋਂ ਬਾਅਦ ਪਵਿੱਤਰ ਆਤਮਾ ਸ਼ੈਤਾਨ ਨੂੰ ਇਜਾਜ਼ਤ ਦਿੰਦਾ ਹੈ ਕਿ ਤੁਹਾਡੀ ਪਰੀਖਿਆ ਹੋਵੇ। ਹਾਲੇਲੂਇਆ। ਕਿਉਂ? ਕਿਉਂਕਿ ਤੁਸੀਂ ਪਵਿੱਤਰ ਆਤਮਾ ਨੂੰ ਗ੍ਰਹਿਣ ਕਰਨਾ ਹੈ, ਬਹੁਤ ਜ਼ਰੂਰੀ ਹੈ। ਹਾਲੇਲੂਇਆ। ਇੱਕ ਬੱਚੇ ਨੂੰ ਪਾਸ ਦਾ ਸਰਟੀਫਿਕੇਟ ਉਦੋਂ ਮਿਲਦਾ ਹੈ ਜਦ ਉਹ ਐਗਜ਼ਾਮੀਨੇਸ਼ਨ ਨੂੰ ਕਲੀਅਰ ਕਰ ਜਾਂਦਾ ਹੈ। ਉਸੇ ਤਰੀਕੇ ਦੇ ਨਾਲ ਤੁਹਾਨੂੰ ਜੋ स्वर्ग दे विच जान दा सर्टिफिकेट उदों मिलना है जब तुसी एग्जामिनेशन क्लीयर करोगे। पवित्र आत्मा दी मोहर उदों लगूगी जब तुसी एग्जामिनेशन क्लीयर करोगे। हालेलुया। सो पवित्र आत्मा जो है प्रभु यीशु मसीहा नूं जंगल दे विच लै गया ताकि शैतान तो परीक्षा की जावे, और उत्थे लिखा है शैतान ने यीशु मसीहा दी परीक्षा लई और प्रभु यीशु मसीहा उस परीक्षा दे विच पास हो गए। ਹੁਣ ਜਿਹੜੀ ਪ੍ਰੀਖਿਆ ਸੀ, ਇਹਨਾਂ ਦੇ ਬਾਰੇ ਮੈਂ ਕਿਸੇ ਹੋਰ ਦਿਨ ਸਿਖਾਵਾਂਗਾ, ਜਿਹੜਾ ਮੈਂ ਖਾਸ ਮੇਰਾ ਵਿਸ਼ਾ ਚੱਲਦਾ ਹੈ ਉਹਦੇ ਬਾਰੇ ਦੱਸਾਂਗਾ। ਹਾਲੇਲੂਇਆ। ਫਿਰ ਉੱਥੇ ਲਿਖਿਆ ਹੈ ਜਦ ਪ੍ਰਭੂ ਯੀਸ਼ੂ ਮਸੀਹਾ ਜੀ ਨਿਕਲੇ, ਅਸੀਂ ਦੇਖਾਂਗੇ ਲੂਕਾ ਦੀ ਅੰਜੀਲ 4 ਅਧਿਆਇ ਉਹਦੀ 13 ਔਰ 14। ਜੇ ਕੋਈ ਮੇਰੇ ਤੋਂ ਪਹਿਲੋਂ ਕੱਢੂਗਾ ਤਾਂ ਉਹ ਪੜੇਗਾ। हालेलुया। कहते इधर भी लिखा, जब शैतान सब परीक्षा कर चुका तब कुछ समय के लिए उसके पास से चला गया। फिर यीशु आत्मा की सामर्थ से भरा हुआ गलील को लौटा। हालेलुया। इतने लिखा है कि जब शैतान परीक्षा कर हटिया तो वो फिर कुछ देर लिए चला गया, और फिर यीशु मसीहा गलील दे विच किदां निकले? सामर्थ दे नाल निकले। हालेलुया। ये ਉਹ ਸਮਾਂ ਸੀ ਜਦ 40 ਦਿਨ ਪ੍ਰਭੂ ਯੀਸ਼ੂ ਮਸੀਹ ਰੋਜ਼ਾ ਪ੍ਰਾਰਥਨਾ ਦੇ ਵਿੱਚ ਸੀਗੇ। ਸ਼ੈਤਾਨ ਪਰੀਖਿਆ ਕਰ ਰਿਹਾ ਸੀ ਬਪਤਿਸਮਾ ਲੈਣ ਤੋਂ ਬਾਅਦ, ਔਰ ਜਦ 40 ਦਿਨ ਉਹ ਰੋਜ਼ਾ ਪ੍ਰਾਰਥਨਾ ਦੇ ਵਿੱਚ ਰਹੇ, ਉਹ ਪ੍ਰਾਰਥਨਾ ਦੇ ਵਿੱਚ ਰਹੇ, ਤਾਂ ਬਾਈਬਲ ਕਹਿ ਰਿਹਾ ਹੈ ਕਿ ਉਹ ਸਮਰਥ ਦੇ ਨਾਲ ਭਰ ਗਏ, ਉਹ ਪਵਿੱਤਰ ਆਤਮਾ ਦੀ ਸਮਰਥ ਨਾਲ ਭਰ ਕੇ ਗਲੀਲ ਦੇ ਵਿੱਚ ਨਿਕਲੇ। ਹਾਲੇਲੂਇਆ।
ਸੋ ਪਵਿੱਤਰ ਆਤਮਾ ਦਾ ਬਪਤਿਸਮਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਹੁਣ ਇਸ ਬਪਤਿਸਮੇ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਤਿਆਰ ਕਰੀਏ ਇਸ ਚੀਜ਼ ਦੇ ਲਈ। ਹਾਲੇਲੂਇਆ, ਹਾਲੇਲੂਇਆ। ਅਸੀਂ ਕੀ ਕਰਨਾ ਹੈ? ਆਪਣੇ ਆਪ ਨੂੰ ਤਿਆਰ ਕਰਨਾ ਹੈ ਇਸ ਚੀਜ਼ ਦੇ ਲਈ। ਮੈਂ 1 ਮਿੰਟ ਦੇ ਲਈ ਸਭ ਨੂੰ ਮਿਊਟ ਕਰ ਰਿਹਾ ਹਾਂ। ਹਾਲੇਲੂਇਆ। ਸੋ हालेलुया, सब ਨੂੰ आवाज आ रही है ना? हाथ हिला के दिखाइए मैंने। ये हालेलुया। सो बहुत जरूरी है तैयार करना। ਹੁਣ ਅਸੀਂ ਇਸ ਚੀਜ਼ ਨੂੰ ਸਮਝਣਾ ਹੈ ਕਿ ਜੋ ਬਪਤਿਸਮਾ ਲੈਣਾ ਹੈ ਉਹਦੇ ਤੋਂ ਪਹਿਲਾਂ ਸਾਨੂੰ ਕੁਝ ਚੀਜ਼ਾਂ ਛੱਡਣੀਆਂ ਪੈਂਦੀਆਂ ਹਨ। ਕਈ ਲੋਕੀ ਕੀ ਸਿੱਖਿਆ ਦਿੰਦੇ ਹਨ ਕਿ ਨਹੀਂ ਨਹੀਂ, ਜਦ ਪਵਿੱਤਰ ਆਤਮਾ ਆਵੇਗਾ ਤਾਂ ਉਹੀ ਸਾਨੂੰ ਬਦਲ ਸਕਦਾ ਹੈ। ਇਹ ਸੱਚਾਈ ਹੈ ਕਿ ਕੁਝ ਚੀਜ਼ਾਂ ਜੋ ਹਨ ਉਹ ਪਵਿੱਤਰ ਆਤਮਾ ਹੀ ਸਾਨੂੰ ਦਿਖਾਉਂਦਾ ਹੈ। ਫॉर एग्जाम्पल मैं ਤੁਹਾਨੂੰ ਦੱਸਾਂਗਾ ਕਿ ਜਦ ਅਸੀਂ ਬਪਤਿਸਮਾ ਲੈਣਾ ਹੈ ਉਹਦੇ ਤੋਂ ਪਹਿਲਾਂ ਅਸੀਂ ਕੁਝ ਚੀਜ਼ਾਂ, ਜਿਸ ਤਰ੍ਹਾਂ ਯਹੂਨਾ ਦੇ ਕੋਲ ਜਦ ਫਰੀਸੀ ਲੋਕ ਆਏ ਬਪਤਿਸਮਾ ਲੈਣ ਤਾਂ ਯਹੂਨਾ ਕਹਿੰਦਾ ਕਿ ਪਹਿਲਾਂ ਤੁਸੀਂ ਬਪਤਿਸਮੇ ਦੇ ਯੋਗ ਫਲ ਲੈ ਕੇ ਆਓ। ਹਾਲੇਲੂਇਆ। ਅੱਜ ਕੋਈ ਵੀ ਆਉਂਦਾ ਹੈ ਉਹਨੂੰ ਉਠਾ ਕੇ ਬਪਤਿਸਮਾ ਦੇ ਦਿੱਤਾ ਜਾਂਦਾ ਹੈ, ਪਰ ਨਹੀਂ, ਪਹਿਲਾਂ ਬਪਤਿਸਮੇ ਦੇ ਯੋਗ ਫਲ, ਮਤਲਬ देयर शुड बी रिपेंटेंस। ਤੁਹਾਡੇ ਅੰਦਰ ਇੱਕ ਤੌਬਾ ਦਾ ਫਲ ਦਿਖਣਾ ਚਾਹੀਦਾ ਹੈ, ਜਿਹਦੇ ਤੋਂ ਪਤਾ ਲੱਗੇ ਕਿ ਤੁਸੀਂ ਤੌਬਾ ਕਰਨ ਦੇ ਲਈ ਤਿਆਰ ਹੋ। ਤੁਸੀਂ ਕੁਝ ਚੀਜ਼ਾਂ ਨੂੰ ਛੱਡਿਆ ਹੈ। ਫॉर एग्जाम्पल ਖੂਨ ਨਾ ਕਰ, ਸਿਗਰਟ ਪੀਣਾ ਜਾਂ ਹੋਰ ਕੋਈ ਨਸ਼ੇ ਦੀ ਲੱਤ ਹੋਣਾ, ਇਹ ਸਭ ਸਾਨੂੰ ਪਤਾ ਲੱਗਦਾ ਹੈ ਕਿ ਇਹ ਸਭ ਪਾਪ ਹਨ। ਜੋ ਚੀਜ਼ ਸਾਨੂੰ ਪਤਾ ਲੱਗਦੀ ਹੈ ਪਾਪ ਹੈ, ਪਹਿਲੋਂ ਉਸ ਚੀਜ਼ ਨੂੰ ਅਸੀਂ ਛੱਡਣਾ ਹੈ। ਉਹਦੇ ਤੋਂ ਬਾਅਦ ਪਵਿੱਤਰ ਆਤਮਾ ਆਵੇਗਾ ਔਰ ਫਿਰ ਜੋ ਚੀਜ਼ ਸਾਨੂੰ ਲੱਗਦਾ ਹੈ ਕਿ ਪਾਪ ਨਹੀਂ ਹੈ। ਕਿਉਂ? ਕਿਉਂਕਿ ਨੀਤੀ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਮਨੁੱਖ ਦੀ ਨਿਗਾਹ ਦੇ ਵਿੱਚ ਉਹਦੇ ਕੰਮ ਉਹਨੂੰ ਠੀਕ ਹੀ ਲੱਗਦੇ ਹਨ। ਹਾਲੇਲੂਇਆ। ਮਨੁੱਖ ਨੂੰ ਕੀ ਲੱਗਦਾ ਹੈ? ਚੁਗਲੀ ਕਰਨਾ ਪਾਪ ਨਹੀਂ, ਉਹ ਤਾਂ ਅਸੀਂ ਡਿਸਕਸ ਕਰਦੇ ਪਏ ਹਾਂ। ਥੋੜਾ ਬਹੁਤਾ ਝੂਠ ਤਾਂ ਚੱਲਦਾ ਹੈ, ਕੋਈ ਪਾਪ ਦੀ ਗੱਲ ਨਹੀਂ। ਹਾਲੇਲੂਇਆ। ਕੁਝ ਛੋਟੇ ਛੋਟੇ ਇਸ ਤਰ੍ਹਾਂ ਦੇ ਪਾਪ ਹਨ ਜੋ ਕੇਵਲ ਸਾਨੂੰ ਪਵਿੱਤਰ ਆਤਮਾ ਹੀ ਆ ਕੇ ਸਿਖਾਉਂਦਾ ਹੈ, ਪਵਿੱਤਰ ਆਤਮਾ ਹੀ ਆ ਕੇ ਦਿਖਾਉਂਦਾ ਹੈ। ਸੋ ਸਭ ਤੋਂ ਪਹਿਲਾ ਕੰਮ ਜੋ ਤੁਹਾਨੂੰ ਪਤਾ ਹੈ ਉਹਨਾਂ ਚੀਜ਼ਾਂ ਨੂੰ ਛੱਡਣਾ ਹੈ, ਔਰ ਫਿਰ ਜੋ ਤੁਹਾਨੂੰ ਲੱਗਦਾ ਸੀ ਕਿ ਹੁਣ ਤੱਕ ਮੇਰੇ ਰਸਤੇ ਠੀਕ ਸੀ ਔਰ ਉਹ ਪਵਿੱਤਰ ਆਤਮਾ ਦੀ ਨਿਗਾਹ ਦੇ ਵਿੱਚ ਜੋ ਪਾਪ ਹਨ, ਉਹ ਵੀ ਪਵਿੱਤਰ ਆਤਮਾ ਆਵੇਗਾ ਔਰ ਤੁਹਾਨੂੰ ਸਿਖਾਵੇਗਾ। ਫਿਰ ਤੁਹਾਡੇ ਵਿੱਚ ਬਦਲਾਵ ਹੁੰਦਾ ਜਾਵੇਗਾ। ਹਾਲੇਲੂਇਆ। ਕਿਉਂ? ਕਿਉਂਕਿ ਬਾਈਬਲ ਦੇ ਵਿੱਚ ਅਸੀਂ ਕੀ ਪੜਿਆ ਕਿ ਜਦ ਤੱਕ ਤੂੰ ਜਲ ਔਰ ਆਤਮਾ ਤੋਂ ਜਨਮ ਨਾ ਲਵੇ, ਸਵਰਗ ਰਾਜ ਨੂੰ ਦੇ ਵਿੱਚ ਜਾਣਾ ਤਾਂ ਦੂਰ ਦੀ ਗੱਲ ਹੈ, ਉਹਨੂੰ ਦੇਖ ਵੀ ਨਹੀਂ ਸਕਦਾ। ਲੋਕ ਕਹਿੰਦੇ ਹਨ ਨਾ ਕਿ ਸਵਰਗ ਰਾਜ ਵਿੱਚ ਜਾਵਾਂਗੇ। ਮੈਂ ਤੁਹਾਨੂੰ ਦੱਸਦਾ ਹਾਂ, ਜੇ ਉਹ ਆਤਮਾ ਦੇ ਨਾਲ ਨਾ ਭਰੇ ਹੋਣਗੇ ਔਰ ਆਤਮਾ ਦੀ ਗਾਈਡੈਂਸ ਵਿੱਚ ਨਹੀਂ ਚੱਲੂਗੇ, ਉਹਨਾਂ ਪਾਪਾਂ ਨੂੰ ਦੂਰ ਨਹੀਂ ਕਰਨਗੇ ਜੋ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਪਾਪ ਹੈ। ਇਨਸਾਨ ਦੀ ਨਹੀਂ ਕਹਿ ਰਿਹਾ ਮੈਂ, ਪਰਮੇਸ਼ਰ ਦੀ ਨਿਗਾਹ ਦੇ ਵਿੱਚ ਪਾਪ ਹੈ। ਤਦ ਤੱਕ ਉਹ ਵਿਅਕਤੀ ਸਵਰਗ ਰਾਜ ਵਿੱਚ ਨਹੀਂ ਜਾਵੇਗਾ, ਉਹਨੂੰ ਛੱਡਣਾ ਪਵੇਗਾ। ਜੇ ਅਸੀਂ ਦੇਖੀਏ ਸ਼ਾਉਲ ਦੇ ਬਾਰੇ, ਹਾਲੇਲੂਇਆ, ਪਵਿੱਤਰ ਆਤਮਾ ਦੇ ਬਾਰੇ ਜੋ ਅਸੀਂ ਸਿੱਖਾਂਗੇ ਉਹ ਸ਼ਾਉਲ ਦੇ ਬਾਰੇ ਦੇ ਵਿੱਚ ਅਸੀਂ ਸਿੱਖਾਂਗੇ। ਮੈਂ ਜਲਦੀ ਤੁਹਾਨੂੰ ਲੈ ਕੇ ਚੱਲਾਂਗਾ ਕਿਉਂਕਿ ਮੇਰਾ ਸਮਾਂ ਖਤਮ ਹੋ ਰਿਹਾ ਹੈ। ਮੈਨੂੰ ਡਰ ਹੈ ਕਿਤੇ ਜ਼ੂਮ ਮੀਟਿੰਗ ਬੰਦ ਨਾ ਹੋ ਜਾਵੇ। ਹਾਲੇਲੂਇਆ। ਸੋ ਜੇ ਅਸੀਂ ਪਹਿਲਾ ਸੈਮੂਅਲ ਦੇਖੀਏ, ਪਹਿਲਾ ਸੈਮੂਅਲ 10 ਅਧਿਆਇ ਉਹਦੀ 1 ਆਇਤ ਦੇ ਵਿੱਚ ਦੇਖੀਏ, ਇਹਦੇ ਵਿੱਚ ਕੀ ਹੋਇਆ? ਜੋ ਸੈਮੂਅਲ ਸੀ ਉਹਨੇ ਸ਼ਾਉਲ ਦਾ ਅਭਿਸ਼ੇਕ ਤੇਲ ਦੇ ਨਾਲ ਕੀਤਾ। ਹਾਲੇਲੂਇਆ। ਉਹ ਤੇਲ ਦੇ ਨਾਲ ਜੋ ਅਭਿਸ਼ੇਕ ਹੋਇਆ, ਉਹ ਅਭਿਸ਼ੇਕ ਇੱਕ ਅੱਜ ਦੇ ਜ਼ਮਾਨੇ ਦੇ ਵਿੱਚ ਅਸੀਂ ਬਪਤਿਸਮੇ ਦੇ ਨਾਲ ਕਰਦੇ ਹਾਂ। ਹਾਲੇਲੂਇਆ। ਸੋ ਉਹਨੇ ਅਭਿਸ਼ੇਕ ਕੀਤਾ। ਉਹਦੇ ਤੋਂ ਬਾਅਦ ਜੇ ਅਸੀਂ 10ਵੇਂ ਚੈਪਟਰ ਦੀ ਹੀ 9 ਆਇਤ ਦੇ ਵਿੱਚ ਦੇਖੀਏ ਨਾ, ਹਾਂਜੀ ਪੜਾਂਗੇ, ਜੇ ਮੇਰੇ ਤੋਂ ਪਹਿਲਾਂ ਕੋਈ ਖੋਲਦਾ ਹੈ ਤਾਂ ਪੜ੍ਹੀਏਗਾ। ਪਹਿਲਾ ਸੈਮੂਅਲ 10 ਅਧਿਆਇ ਉਹਦੀ 9 ਆਇਤ। सो इथे लिखा है, ज्यों ही उसने शैमुएल के पास से जाने को पीठ फेरी, त्यों ही परमेश्वर ने उसके मन को परिवर्तन किया। हालेलुया। बाइबल कहता है कि जब सैमुअल दा अभिषेक होया, ਉਹਦੇ ਤੋਂ ਬਾਅਦ सैमुअल ने अभिषेक किया जब साउल दा, तो जब साउल तो सैमुअल जान लगा तो बाइबल कहता पहली चीज जो परमेश्वर ने की थी ਉਹਦਾ मन परिवर्तन किया। हालेलुया। जब ਉਹਦਾ मन परिवर्तन होया, ਉਹਦੇ ਤੋਂ ਬਾਅਦ देखिए की होया 10 ਦੇ ਵਿੱਚ ਕਹਿੰਦੇ, जब वह उधर से
पहाड़ के पास आए, तब नबियों का एक दल उसको मिला और परमेश्वर के आत्मा उस पर बल से उतरा और वह उनके बीच में नबूवत करने लगा। पहलो मन परिवर्तन होया, फिर पवित्र आत्मा ਉਹਦੇ ਤੇ ਉਤਰਿਆ ਤਾਂ ਉਹ ਕੀ ਕਰਨ ਲੱਗ ਪਿਆ? ਸਮਰਥ ਦੇ ਨਾਲ ਨਬੂਵਤ ਕਰਨ ਲੱਗ ਪਿਆ। ਹਾਲੇਲੂਇਆ। ਹੁਣ ਇਸ ਚੀਜ਼ ਨੂੰ ਵੀ ਸਮਝਣਾ। ਦੇਖੀਏ, ਪਹਿਲੋਂ ਪਰਮੇਸ਼ਰ ਦਾ ਅਭਿਸ਼ੇਕ ਹੋਇਆ, ਫਿਰ ਉਹਦਾ ਮਨ ਪਰਿਵਰਤਨ ਹੋਇਆ, ਫਿਰ ਉਹਨੂੰ ਸਮਰਥ ਮਿਲੀ। ਹਾਲੇਲੂਇਆ। ਅੱਜ ਵਿਸ਼ਵਾਸੀਆਂ ਨੂੰ ਸਿਰਫ ਮਨ ਪਰਿਵਰਤਨ ਤੇ ਲਿਜਾ ਕੇ ਰੋਕ ਦਿੱਤਾ ਗਿਆ ਹੈ, ਪਰ ਬਾਈਬਲ ਕਹਿੰਦਾ ਹੈ ਕਿ ਜੋ ਵਿਸ਼ਵਾਸੀ ਹੈ, ਵਿਸ਼ਵਾਸ ਕਰਨ ਵਾਲਿਆਂ ਦੇ ਇਹ ਚਿੰਨ੍ਹ ਹੋਣਗੇ, ਉਹ ਮੇਰੇ ਨਾਮ ਦੇ ਵਿੱਚ ਬਿਮਾਰਾਂ ਤੇ ਹੱਥ ਰੱਖਣਗੇ, ਬਿਮਾਰ ਚੰਗੇ ਹੋਣਗੇ, ਉਹ ਮੇਰੇ ਨਾਮ ਦੇ ਵਿੱਚ ਦੁਸ਼ਟ ਆਤਮਾ ਵੀ ਕੱਢਣਗੇ। ਹਾਲੇਲੂਇਆ। ਅੱਜ ਲੋੜ ਹੈ ਆਪਣੀ ਅਥਾਰਟੀ ਨੂੰ ਸਮਝਣ ਦੀ। ਇਹ ਅਥਾਰਟੀ ਕੇਵਲ ਪਾਸਟਰ ਲਈ ਨਹੀਂ, ਵਿਸ਼ਵਾਸੀ ਦੇ ਲਈ ਵੀ ਹੈ। ਹਾਲੇਲੂਇਆ। ਸੋ ਇੱਥੇ ਲਿਖਿਆ ਉਹਦਾ ਮਨ ਪਰਿਵਰਤਨ ਹੋਇਆ, ਫਿਰ ਉਹ ਕੀ ਕਰਨ ਲੱਗ ਪਿਆ? ਨਬੂਵਤ ਕਰਨ ਲੱਗ ਪਿਆ। ਹੁਣ ਚੱਕਰ ਕੀ ਪੈ ਜਾਂਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ। ਇਸੇ ਕਰਕੇ ਬਾਈਬਲ ਕਹਿੰਦਾ ਹੈ ਕਿ ਜੋ ਮਸੀਹ ਦੇ ਵਿੱਚ ਹੈ, ਦੂਜਾ ਕਰੰਥੀਆ ਉਹਦਾ 5 ਅਧਿਆਇ ਉਹਦੀ 17 ਦੇ ਵਿੱਚ ਲਿਖਿਆ ਹੈ, ਉਹ ਨਵੀਂ ਸ੍ਰਿਸ਼ਟੀ ਹੈ। ਹਾਲੇਲੂਇਆ। ਪਵਿੱਤਰ ਆਤਮਾ ਨੂੰ ਜੇ ਗ੍ਰਹਿਣ ਕਰਨਾ ਹੈ ਤਾਂ ਤੁਹਾਨੂੰ ਕੁਝ ਚੀਜ਼ਾਂ ਛੱਡਣੀਆਂ ਪੈਣਗੀਆਂ ਜੋ ਮੇਰੇ ਪਰਮੇਸ਼ਰ ਨੂੰ ਪਸੰਦ ਨਹੀਂ ਹਨ। ਹਾਲੇਲੂਇਆ। ਉਹ ਜਦ ਤੁਸੀਂ ਬਾਈਬਲ ਪੜੋਗੇ, ਵਚਨ ਪੜੋਗੇ, ਤਾਂ ਤੁਹਾਨੂੰ ਪਤਾ ਲੱਗੇਗਾ। ਹਾਲੇਲੂਇਆ। ਇਸੇ ਕਰਕੇ ਬਾਈਬਲ 'ਚ ਲਿਖਿਆ ਹੈ ਕਿ ਨਵਾਂ ਦਾਖਰਸ ਜੋ ਹੈ ਪੁਰਾਣੀ ਮਸ਼ਕਾਂ ਦੇ ਵਿੱਚ ਨਹੀਂ ਪਾਇਆ ਜਾਂਦਾ, ਨਵਾਂ ਦਾਖਰਸ ਕਿਹਦੇ ਵਿੱਚ ਪਾਇਆ ਜਾਂਦਾ ਹੈ? ਨਵੀਂ ਮਸ਼ਕ ਦੇ ਵਿੱਚ ਪਾਇਆ ਜਾਂਦਾ ਹੈ। ਤੁਹਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ ਜੇ ਤੁਹਾਨੂੰ ਪਵਿੱਤਰ ਆਤਮਾ ਚਾਹੀਦਾ ਹੈ। ਔਰ ਜੇ ਤੁਸੀਂ ਪਵਿੱਤਰ ਆਤਮਾ ਦਾ ਬਪਤਿਸਮਾ ਨਹੀਂ ਲਿਆ ਤਾਂ ਤੁਸੀਂ ਸਵਰਗ ਰਾਜ ਵਿੱਚ ਜਾ ਨਹੀਂ ਸਕੋਗੇ। ਹੁਣ ਸਮਝ ਕਿੱਦਾਂ ਆਵੇਗਾ ਕਿ ਪਵਿੱਤਰ ਆਤਮਾ ਦਾ ਬਪਤਿਸਮਾ ਮਿਲਿਆ ਹੈ ਕਿ ਨਹੀਂ ਮਿਲਿਆ? ਉਹ ਇਸੇ ਤਰ੍ਹਾਂ ਆਵੇਗਾ ਕਿ ਤੁਹਾਡਾ ਸੁਭਾਅ ਬਦਲਣਾ ਸ਼ੁਰੂ ਹੋਵੇਗਾ। ਜਦ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਲੋਕ ਚੰਗੇ ਹੋਣੇ ਸ਼ੁਰੂ ਹੋ ਜਾਣਗੇ। ਪ੍ਰਾਰਥਨਾ ਕਰੋਗੇ ਤਾਂ ਪਰਮੇਸ਼ਰ ਤੁਹਾਡੀ ਪ੍ਰਾਰਥਨਾਵਾਂ ਦਾ ਉੱਤਰ ਜ਼ਰੂਰ ਦੇਣਾ ਸ਼ੁਰੂ ਹੋਵੇਗਾ। ਔਰ ਇਹਨਾਂ ਸਭ ਤੋਂ ਵੱਧ ਕੇ ਮੈਂ ਕੀ ਕਿਹਾ? ਤੁਹਾਡੇ ਅੰਦਰ ਪਰਿਵਰਤਨ ਆਉਣਾ ਸ਼ੁਰੂ ਹੋਵੇਗਾ, ਤੁਹਾਡਾ ਸੁਭਾਅ ਬਦਲਣਾ ਸ਼ੁਰੂ ਹੋਵੇਗਾ। ਜੋ ਪਹਿਲਾਂ ਤੁਹਾਡੇ ਅੰਦਰ ਕ੍ਰੋਧ ਸੀ, ਈਰਸ਼ਾ ਸੀ, ਇਹ ਸਭ ਚੀਜ਼ਾਂ ਜਾਣੀਆਂ ਸ਼ੁਰੂ ਹੋ ਜਾਣਗੀਆਂ। ਇਹ ਜਦ ਤੁਹਾਡੇ ਅੰਦਰ ਇੱਦਾਂ ਦੇ ਹਾਲਾਤ ਬਣਨਗੇ ਜਿੱਥੇ ਗੁੱਸਾ ਆਉਣਾ ਹੈ ਤਾਂ ਤੁਹਾਨੂੰ ਅੰਦਰੋਂ ਇੱਕ ਆਵਾਜ਼ ਆਵੇਗੀ ਕਿ ਦੇਖ, ਬਾਈਬਲ ਕਹਿੰਦਾ ਹੈ ਕ੍ਰੋਧ ਨਾ ਕਰ। ਬਾਈਬਲ ਕਹਿੰਦਾ ਹੈ ਜਦ ਤੁਸੀਂ ਚਰਚ ਦੇ ਵਿੱਚ ਭੇਟ ਚੜਾਉਣ ਜਾਓਗੇ ਤਾਂ ਤੁਹਾਨੂੰ ਯਾਦ ਆਵੇਗਾ ਕਿ ਬਾਈਬਲ ਕਹਿੰਦਾ ਹੈ ਪਹਿਲਾਂ ਆਪਣੇ ਭਰਾ ਦੇ ਨਾਲ ਜਾ ਕੇ ਸੁਲ੍ਹਾ ਕਰ। ਕਿਉਂਕਿ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਕਹਿੰਦੇ ਜਦ ਮੇਰਾ ਆਤਮਾ ਆਵੇਗਾ ਤਾਂ ਤੁਹਾਨੂੰ ਮੇਰੇ ਵਚਨਾਂ ਦੇ ਵਿੱਚੋਂ ਸਿਖਾਵੇਗਾ। ਹਾਲੇਲੂਇਆ। ਪਵਿੱਤਰ ਆਤਮਾ ਦਾ ਜੋ ਅਰਥ ਹੈ, ਪਵਿੱਤਰ ਆਤਮਾ ਦਾ ਜੋ ਨਾਮ ਹੈ, ਉਹ ਹੈ ਪਵਿੱਤਰ ਆਤਮਾ। ਹਾਲੇਲੂਇਆ। ਉਹ ਸਮਰਥ ਦਾ ਆਤਮਾ ਵੀ ਪਰਮੇਸ਼ਰ ਉਹਨੂੰ ਨਾਮ ਦੇ ਸਕਦਾ ਸੀ। ਹਾਲੇਲੂਇਆ। ਉਹਨੂੰ ਗਿਆਨ ਦਾ ਆਤਮਾ ਕਰਕੇ ਵੀ ਨਾਮ ਦਿੱਤਾ ਜਾ ਸਕਦਾ ਸੀਗਾ, ਪਰ ਪਰਮੇਸ਼ਰ ਨੇ ਨਾਮ ਕੀ ਦਿੱਤਾ? ਪਵਿੱਤਰ ਆਤਮਾ। ਔਰ ਜਦ ਇੱਕ ਦੁਸ਼ਟ ਆਤਮਾ ਆਉਂਦਾ ਹੈ ਤਾਂ ਉਹ ਇੱਕ ਬੰਦੇ ਨੂੰ ਦੁਸ਼ਟ ਬਣਾ ਦਿੰਦਾ ਹੈ। ਜਦ ਇੱਕ ਅਨਕਲੀਨ ਸਪਿਰਿਟ ਆਉਂਦੀ ਹੈ, ਉਹ ਅਨਕਲੀਨ ਬਣਾਉਂਦੀ ਹੈ। ਸੋ ਉਸੇ ਤਰ੍ਹਾਂ ਜਦ ਹੋਲੀ ਸਪਿਰਿਟ ਆਵੇਗੀ ਤਾਂ ਉਹ ਕੀ ਬਣਾਵੇਗੀ? ਹੋਲੀ ਬਣਾਵੇਗੀ। ਇੱਕ ਪਵਿੱਤਰ ਆਤਮਾ ਆਵੇਗੀ ਤਾਂ ਇੱਕ ਵਿਅਕਤੀ ਨੂੰ ਕੀ ਬਣਾ ਦੇਵੇਗੀ? ਪਵਿੱਤਰ ਆਤਮਾ ਪਵਿੱਤਰ ਬਣਾਵੇਗਾ। ਜੇ ਅਸੀਂ ਸ਼ਾਉਲ ਦੇ ਬਾਰੇ ਹੀ ਹੁਣ ਪੜ੍ਹਦੇ ਸੀ, ਹੁਣ ਇਸ ਜਗ੍ਹਾ ਦੇ ਉੱਤੇ ਸ਼ਾਉਲ ਦਾ ਕੀ ਹੋਇਆ? ਮਨ ਪਰਿਵਰਤਨ ਹੋਇਆ। ਪਰ ਜੇ ਤੁਸੀਂ ਅੱਗੇ ਪੜ੍ਹਦੇ ਜਾਓ, ਜਿੱਥੇ ਅਮਲੇਕੀਆਂ ਦੇ ਨਾਲ ਯੁੱਧ ਕੀਤਾ ਸ਼ਾਉਲ ਨੇ, ਉੱਥੇ ਲਿਖਿਆ ਹੈ ਕਿ ਸ਼ਾਉਲ ਨੇ ਪਰਮੇਸ਼ਰ ਦੀ ਅਨਆਗਿਆਕਾਰੀ ਕੀਤੀ। ਔਰ ਜਦ ਅਨਆਗਿਆਕਾਰੀ ਕੀਤੀ ਤਾਂ ਬਾਈਬਲ ਕਹਿੰਦਾ ਹੈ ਕਿ ਉਦੋਂ ਸ਼ਾਉਲ ਦੇ ਤੋਂ ਪਰਮੇਸ਼ਰ ਦਾ ਆਤਮਾ ਚਲਾ ਗਿਆ ਔਰ ਇੱਕ ਦੁਸ਼ਟ ਆਤਮਾ ਆ ਕੇ ਉਹਨੂੰ ਸਤਾਉਣ ਲੱਗ ਪਿਆ। ਹੁਣ ਦੁਸ਼ਟ ਆਤਮਾ ਆਂਦਾ ਹੈ ਤਾਂ ਮੈਂ ਤੁਹਾਨੂੰ ਕੀ ਦੱਸਿਆ? ਉਹ ਵੀ ਆ ਕੇ ਮਨ ਪਰਿਵਰਤਨ ਕਰਦਾ ਹੈ। ਹਾਲੇਲੂਇਆ। ਉਹ ਵੀ ਕੀ ਕਰਦਾ ਹੈ? ਮਨ ਪਰਿਵਰਤਨ ਕਰਦਾ ਹੈ। ਦੋਨੋਂ ਆਤਮਾ ਜੋ ਹਨ ਉਹ ਮਨ ਪਰਿਵਰਤਨ ਕਰਦੇ ਹਨ, ਪਰ ਅਲੱਗ-ਅਲੱਗ ਢੰਗ ਦੇ ਨਾਲ। ਬਾਈਬਲ ਦੇ ਵਿੱਚ ਲਿਖਿਆ ਹੈ ਜੋ ਦਾਊਦ ਸੀ, ਤੁਹਾਨੂੰ ਪਤਾ, ਉਹ ਸ਼ਾਉਲ ਦਾ ਜਵਾਈ ਸੀ। ਹਾਲੇਲੂਇਆ। ਉਹ ਕੀ ਸੀ? ਸ਼ਾਉਲ ਦਾ ਜਵਾਈ ਸੀ। ਔਰ ਬਾਈਬਲ ਕਹਿੰਦਾ ਹੈ ਕਿ ਇੱਕ ਦਿਨ ਇਸੇ ਤਰ੍ਹਾਂ ਦਾਊਦ ਬੈਠਾ ਆਪਣੀ ਵੀਣਾ ਵਜਾ ਰਿਹਾ ਔਰ ਸ਼ਾਉਲ ਦੇ ਉੱਤੇ ਦੁਸ਼ਟ ਆਤਮਾ ਉਤਰਿਆ। ਔਰ ਦੁਸ਼ਟ ਆਤਮਾ ਜਦ ਪ੍ਰਬਲ ਹੋ ਕੇ ਸ਼ਾਉਲ ਦੇ ਉੱਤੇ ਉਤਰਿਆ ਤਾਂ ਉੱਥੇ ਲਿਖਿਆ ਕਿ ਸ਼ਾਉਲ ਦੇ ਲਾਗੇ ਇੱਕ ਬਰਛੀ ਪਈ ਹੋਈ ਸੀਗੀ। ਸ਼ਾਉਲ ਨੇ ਉਹ ਬਰਛੀ ਉਠਾਈ ਔਰ ਆਪਣੇ ਜਵਾਈ ਦੇ ਉੱਤੇ ਮਾਰੀ। ਹਾਲੇਲੂਇਆ। ਸੋਚੀਏ, ਕੋਈ ਵੀ ਬਾਪ ਆਪਣੀ ਬੇਟੀ ਨੂੰ ਵਿਧਵਾ ਕਿਉਂ ਕਰੇਗਾ? ਹਾਲੇਲੂਇਆ। ਸੋਚੀਏ, ਜਿਹਨੂੰ ਸ਼ਾਉਲ ਇੰਨਾ ਪਿਆਰ ਕਰਨਾ ਸ਼ੁਰੂ ਹੋਇਆ ਸੀਗਾ ਕਿ ਕਹਿੰਦਾ ਸੀ ਤੂੰ ਮੇਰੇ ਬੇਟੇ ਵਰਗਾ ਹੈ। ਸ਼ਾਉਲ ਜਾਣਦਾ ਸੀ ਕਿ ਉਹਦੇ ਨਾਲ ਪਰਮੇਸ਼ਰ ਹੈ, ਉਹਦੇ ਉੱਤੇ ਹੀ ਬਰਛੀ ਚਲਾ ਰਿਹਾ ਹੈ।
ਉਹਨੂੰ ਹੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਉਂ? ਕਿਉਂਕਿ ਦੁਸ਼ਟ ਆਤਮਾ ਉਹਦੇ ਉੱਤੇ ਉਤਰਿਆ, ਔਰ ਦੁਸ਼ਟ ਆਤਮਾ ਜਦ ਉਤਰਿਆ ਤਾਂ ਉਹਨੂੰ ਦੁਸ਼ਟ ਕਰ ਦਿੱਤਾ। ਜਦ ਉਹ ਦੁਸ਼ਟ ਆਤਮਾ ਉਤਰਿਆ ਤਾਂ ਉਹਨੂੰ ਅਗਰੈਸਿਵ ਕਰ ਦਿੱਤਾ, ਉਹਨੂੰ ਗੁੱਸੇ ਦੇ ਵਿੱਚ ਭਰ ਦਿੱਤਾ, ਔਰ ਉਹ ਇੰਨੇ ਗੁੱਸੇ 'ਚ ਭਰ ਗਿਆ ਕਿ ਆਪਣੀ ਬੇਟੀ ਤੱਕ ਨੂੰ ਵਿਧਵਾ ਕਰਨ ਦੇ ਉੱਤੇ ਤੁਲ ਗਿਆ। ਹਾਲੇਲੂਇਆ। ਪਰ ਜਦ ਪਵਿੱਤਰ ਆਤਮਾ ਆਇਆ ਸੀ ਤਾਂ ਉੱਥੇ ਲਿਖਿਆ ਹੈ ਕਿ ਉਹਦਾ ਮਨ ਪਰਿਵਰਤਨ ਹੋਇਆ ਸੀ। ਹਾਲੇਲੂਇਆ। ਜੇ ਅਸੀਂ ਪਤਰਸ ਦੇ ਬਾਰੇ ਦੇਖੀਏ, ਪਤਰਸ ਨਿੱਕੀ ਨਿੱਕੀ ਗੱਲ ਤੇ ਕੀ ਕਰਦਾ ਸੀ? ਕਿਰਪਾਨ ਕੱਢ ਲੈਂਦਾ ਹੁੰਦਾ ਸੀ। ਪਰ ਜਦ ਪਵਿੱਤਰ ਆਤਮਾ ਪਤਰਸ ਦੇ ਉੱਤੇ ਉਤਰਿਆ ਤਾਂ ਬਾਈਬਲ ਕਹਿੰਦਾ, ਪਤਰਸ ਕਹਿੰਦਾ, ਮੇਰੇ ਯਿਸੂ ਮਸੀਹਾ ਨੂੰ ਤੁਸੀਂ ਸਿੱਧੇ ਸਲੀਬ ਤੇ ਚਾੜਿਆ, ਮੈਨੂੰ ਕਹਿੰਦਾ ਪੁੱਠੇ ਚਾੜ ਦਵੋ। ਹਾਲੇਲੂਇਆ। ਜਦ ਤੱਕ ਤੁਸੀਂ ਜਲ ਔਰ ਆਤਮਾ ਤੋਂ ਜਨਮ ਨਹੀਂ ਲੈਂਦੇ ਤਦ ਤੱਕ ਤੁਸੀਂ ਸਵਰਗ ਰਾਜ ਦੇ ਵਿੱਚ ਵੜਨਾ ਤਾਂ ਦੂਰ ਦੀ ਗੱਲ ਹੈ, ਉਹਨੂੰ ਦੇਖ ਵੀ ਨਹੀਂ ਸਕੋਗੇ। ਜਲ ਦਾ ਬਪਤਿਸਮਾ ਲੈ ਕੇ ਨਿਕਲੋਗੇ ਤਾਂ ਉਸੇ ਤਰ੍ਹਾਂ ਦੇ ਫਿਰ ਚਰਚ ਦੇ ਵਿੱਚ ਜਾਓਗੇ ਤਾਂ ਘਰੇ ਜਾ ਕੇ ਫਿਰ ਉਦਾਂ ਦਾ ਸੁਭਾਅ ਹੋਵੇਗਾ। ਜਿਸ ਤਰ੍ਹਾਂ ਕਹਿੰਦੇ ਚਰਚ ਮੇਂ ਦੂਤ ਔਰ ਘਰ ਪੇ ਭੂਤ। ਹਾਲੇਲੂਇਆ। ਉਸੇ ਤਰ੍ਹਾਂ ਦਾ ਸੁਭਾਅ ਰਹੇਗਾ। ਪਰ ਜੇ ਤੁਸੀਂ ਆਤਮਾ ਦਾ ਬਪਤਿਸਮਾ ਲਵੋਗੇ ਤਾਂ ਆਤਮਾ ਫਿਰ ਬਾਈਬਲ ਕਹਿੰਦਾ ਤੁਹਾਨੂੰ ਛਣ ਛਣ ਕਰਕੇ ਬਦਲਦਾ ਜਾਵੇਗਾ, ਔਰ ਉਹ ਯਿਸੂ ਮਸੀਹਾ ਦੇ ਸਵਰੂਪ ਦੇ ਵਿੱਚ ਬਦਲਦਾ ਜਾਵੇਗਾ। ਔਰ ਜਦ ਤੁਸੀਂ ਯਿਸੂ ਮਸੀਹਾ ਦੇ ਸਵਰੂਪ ਦੇ ਵਿੱਚ ਹੋਵੋਗੇ ਤਾਂ ਯਿਸੂ ਮਸੀਹਾ ਕਹਿੰਦੇ ਮੇਰੇ ਤੋਂ ਬਗੈਰ ਨਾ ਸਵਰਗ ਤੋਂ ਕੋਈ ਉਤਰਿਆ, ਨਾ ਸਵਰਗ ਵਿੱਚ ਕੋਈ ਅੱਜ ਤੱਕ ਜਾ ਸਕਿਆ, ਕਿਉਂਕਿ ਜਦ ਤੱਕ ਤੁਸੀਂ ਮੇਰੇ ਸਵਰੂਪ ਵਿੱਚ ਨਹੀਂ ਜਾਓਗੇ ਤਦ ਤੱਕ ਤੁਹਾਡੇ ਲਈ ਨੋ ਐਂਟਰੀ ਹੈ। ਹਾਲੇਲੂਇਆ। ਸੋ ਪ੍ਰਭੂ ਯਿਸੂ ਮਸੀਹ ਦਾ ਸਵਰੂਪ ਕੇਵਲ ਪਵਿੱਤਰ ਆਤਮਾ ਹੀ ਤੁਹਾਡੇ ਅੰਦਰ ਲਿਆ ਸਕਦਾ ਹੈ। ਮੈਂ ਇੱਕ ਕਹਾਣੀ ਸੁਣੀ ਸੀ, ਉਹ ਤੁਹਾਨੂੰ ਸੁਣਾਵਾਂਗਾ। ਉਹਦੇ ਵਿੱਚ ਇੱਕ ਵਿਅਕਤੀ ਸੀਗਾ, ਉਹ ਵਿਅਕਤੀ ਨੇ ਨਾ ਉਹਦਾ ਦੋਸਤ ਹਰਿਦੁਆਰ ਚੱਲਾ ਸੀਗਾ, ਉਹਨੇ 4 ਧਾਮ ਦੀ ਯਾਤਰਾ ਕਰਨ ਜਾਣਾ ਸੀ। ਤਾਂ ਉਹ ਵਿਅਕਤੀ ਕਹਿੰਦਾ ਕਿ ਇਦਾਂ ਹੈਗਾ, ਹਾਂ ਕਿੱਥੇ ਚੱਲਾ? ਉਹ ਕਹਿੰਦਾ ਯਾਰ ਮੈਂ ਨਾ 4 ਧਾਮ ਦੀ ਯਾਤਰਾ ਕਰਨ ਚੱਲਾ, ਕਿ ਮੈਨੂੰ ਇਦਾਂ ਕਿਸੇ ਨੇ ਕਿਹਾ ਹੈਗਾ। ਤਾਂ ਉਹ ਜਿਹੜਾ ਉਹਦਾ ਦੋਸਤ ਸੀ ਨਾ, ਬੜਾ ਚਲਾਕ ਸੀਗਾ। ਉਹਨੂੰ ਪਤਾ ਸੀ ਆ ਜਿਹੜਾ ਵਿਅਕਤੀ 4 ਧਾਮ ਦੀ ਯਾਤਰਾ ਕਰਨ ਚੱਲਾ ਨਾ, ਅੱਗੇ ਵੀ ਬਥੇਰਾ ਜਾਂਦਾ ਹੁੰਦਾ ਸੀਗਾ, ਤਾਂ ਇਹਦੇ 'ਚ ਕੋਈ ਬਦਲਾਅ ਤਾਂ ਹੁੰਦਾ ਨਹੀਂ ਹੈ, ਕਿ ਇਹਨੂੰ ਮੈਂ ਹੁਣ ਨਾ ਸਬਕ ਸਿਖਾਉਣਾ ਹੈ। ਤਾਂ ਉਹਨੇ ਕੀ ਕੀਤਾ, ਜੇਬ 'ਚੋਂ ਨਾ ਇੱਕ ਨਾ ਕਰੇਲਾ ਕੱਢ ਕੇ ਦਿੱਤਾ। ਕਹਿੰਦਾ ਇੱਕ ਕੰਮ ਕਰੀ, ਆ ਨਾ ਮੇਰਾ ਕਰੇਲਾ ਲੈ ਜਾ। ਕਹਿੰਦਾ ਜਿੱਥੇ ਜਿੱਥੇ ਕਹਿੰਦਾ ਤੂੰ ਮੱਥਾ ਟੇਕਣਾ ਨਾ, ਉੱਥੇ ਉੱਥੇ ਕਹਿੰਦਾ ਮੇਰੇ ਕਰੇਲੇ ਨੂੰ ਵੀ ਮੱਥਾ ਟਿਕਾਈ ਜਾਈ, ਤਾਂ ਜਿੱਥੇ ਜਿੱਥੇ ਕਹਿੰਦਾ ਤੂੰ ਚੁੱਭੀ ਲਾਊਗਾ ਪਾਣੀ 'ਚ, ਉੱਥੇ ਉੱਥੇ ਇਹਨੂੰ ਵੀ ਚੁੱਭੀ ਲਵਾਈ ਜਾਈ। ਤਾਂ ਉਹ ਕਹਿੰਦਾ ਠੀਕ ਆ। ਉਹ ਲੈ ਗਿਆ ਕਰੇਲਾ। ਫਿਰ ਜਿੱਥੇ ਜਿੱਥੇ ਜਾ ਕੇ ਉਹ ਮੱਥਾ ਟੇਕੇ, ਉੱਥੇ ਉੱਥੇ ਉਹ ਵੀ ਕਰੇਲੇ ਨੂੰ ਵੀ ਮੱਥਾ ਟਿਕਾਈ ਜਾਵੇ, ਤਾਂ ਜਿੱਥੇ ਜਿੱਥੇ ਉਹ ਚੁੱਭੀ ਲਾਵੇ ਪਾਣੀ 'ਚ, ਉਹ ਕਰੇਲੇ ਨੂੰ ਵੀ ਚੁੱਭੀ ਲਵਾਈ ਜਾਵੇ। ਤਾਂ ਜਦ ਯਾਤਰਾ ਕਰਕੇ ਆ ਗਿਆ ਤਾਂ ਉਹ ਦੋਸਤ ਫਿਰ ਉਹਦੇ ਕੋਲ ਗਿਆ। ਕਹਿੰਦਾ ਹਾਂਜੀ ਕਿੱਦਾਂ ਰਹੀ ਯਾਤਰਾ? ਕਹਿੰਦਾ ਬਹੁਤ ਵਧੀਆ ਰਹੀ। ਕਹਿੰਦਾ ਠੀਕ ਆ। ਕਹਿੰਦਾ ਮੇਰੇ ਕਰੇਲੇ ਨੂੰ ਕਰਾਇਆ? ਕਹਿੰਦਾ ਹਾਂ। ਕਹਿੰਦਾ ਉਹਨੂੰ ਵੀ ਮੈਂ ਉੱਦਾਂ ਹੀ ਕਰਾਇਆ ਜਿੱਦਾਂ ਜਿੱਦਾਂ ਆਪ ਕੀਤਾ। ਕਹਿੰਦਾ ਲਿਆ ਕਹਿੰਦਾ ਕਰੇਲਾ। ਕਹਿੰਦਾ ਜਦ ਕਰੇਲੇ ਨੂੰ ਕੱਟਿਆ ਔਰ ਖਾਧਾ, ਜਦ ਖਾ ਕੇ ਦੁਬਾਰਾ ਉਸ ਕਰੇਲੇ ਨੂੰ ਦੇਖਿਆ ਤਾਂ ਉਹ ਕਹਿੰਦੇ ਉਹ ਕਰੇਲਾ ਕੌੜੇ ਦਾ ਕੌੜਾ ਰਿਹਾ। ਹਾਲੇਲੂਇਆ। ਉਹ ਕਰੇਲੇ ਦਾ ਸੁਭਾਅ ਨਹੀਂ ਬਦਲਿਆ। ਇਸੇ ਤਰ੍ਹਾਂ ਜੇ ਇਹਨੂੰ ਲਾਈਏ ਕਿ ਇੱਕ ਬੰਦੇ ਦੀ ਜੇਬ 'ਚ ਨਾ ਕਰੇਲਾ ਪਾ ਦੋ, ਫਿਰ ਬਪਤਿਸਮਾ ਲੈਣ ਲੱਗੇ, ਉਹਨੂੰ ਕਹੋ ਜਦ ਤੂੰ ਬਪਤਿਸਮਾ ਲੈਣਾ ਇਹਨੂੰ ਵੀ ਬਪਤਿਸਮਾ ਦਵਾਈ ਪਾਣੀ ਦਾ। ਹਾਲੇਲੂਇਆ। ਉਹਦੇ ਤੋਂ ਬਾਅਦ ਕਰੇਲਾ ਖਾ ਕੇ ਦੇਖੋ, ਕਰੇਲਾ ਕੌੜੇ ਦਾ ਕੌੜਾ ਰਹੇਗਾ। ਹਾਲੇਲੂਇਆ। ਕਿਉਂ? ਕਿਉਂਕਿ ਪਾਣੀ ਦਾ ਬਪਤਿਸਮਾ ਸਾਨੂੰ ਨਹੀਂ ਬਦਲਦਾ, ਪਵਿੱਤਰ ਆਤਮਾ ਦਾ ਬਪਤਿਸਮਾ ਸਾਨੂੰ ਕੀ ਕਰਦਾ ਹੈ? ਬਦਲ ਦਿੰਦਾ ਹੈ। ਹੁਣ ਜੇ ਕਰੇਲੇ ਨੂੰ ਅਸੀਂ ਸਵਾਦ ਬਣਾਉਣਾ ਹੈ, ਉਹਦਾ ਕੜੱਤਣ ਖਤਮ ਕਰਨਾ ਹੈ, ਤਾਂ ਕੀ ਕਰਨਾ ਪਵੇਗਾ? ਸਿਸਟਰ ਵੀ ਜੁਆਇਨ ਹੈਗੇ, ਇਹਨਾਂ ਨੂੰ ਪਤਾ ਕਰੇਲੇ ਕਿੱਦਾਂ ਬਣਾਏ ਜਾਂਦੇ ਆ। ਹੁਣ ਸਭ ਤੋਂ ਪਹਿਲਾਂ ਕੀ ਕੀਤਾ ਜਾਂਦਾ ਹੈ? ਕਰੇਲੇ ਦੇ ਉੱਤੇ ਉਹਨੂੰ ਛਿੱਲਿਆ ਜਾਂਦਾ ਹੈ। ਹਾਲੇਲੂਇਆ। ਕੀ ਕੀਤਾ ਜਾਂਦਾ ਹੈ? ਪਹਿਲੋਂ ਇੱਕ ਵਿਸ਼ਵਾਸੀ ਦੀ ਛਿੱਲ ਲਾਉਣੀ ਬਹੁਤ ਜ਼ਰੂਰੀ ਹੈ। ਮੈਂ ਸੂਰਜ ਪਰਮਾਣੀ ਜੀ ਦਾ ਸੁਣਦਾ ਪਿਆ ਸੀ, ਉਹਨਾਂ ਨੇ ਬੜੀ ਪਿਆਰੀ ਗੱਲ ਕਹੀ। ਕਹਿੰਦੇ ਜਿਹੜਾ ਜਿਹਨੂੰ ਟੋਏ ਦੇ ਵਿੱਚ ਸਿੱਟਿਆ ਸੀ, ਕੀ ਨਾਮ ਸੀ ਉਹਦਾ? ਯਾਦ ਕਿਸੇ ਨੂੰ? ਉਹਦੇ ਭਰਾਵਾਂ ਨੇ ਸਿੱਟਿਆ ਸੀ, ਯੂਸਫ। ਹਾਲੇਲੂਇਆ। ਸੋ ਉਹ ਕਹਿੰਦਾ ਯੂਸਫ ਨੂੰ ਟੋਏ 'ਚ ਸਿੱਟਿਆ। ਕਹਿੰਦਾ ਔਰ ਟੋਏ ਨੂੰ ਇੰਗਲਿਸ਼ 'ਚ ਕਹਿੰਦਾ ਪਿਟ, PIT। ਕਹਿੰਦਾ ਪਿਟ ਦਾ ਕਹਿੰਦਾ ਜੇ ਇਹਦੀ ਕਹਿੰਦਾ ਫੁੱਲ ਫਾਰਮ ਬਣਾਈ ਤਾਂ ਉਹ ਬਣੇਗੀ ਪਾਸਟਰ ਇਨ ਟ੍ਰੇਨਿੰਗ। ਹਾਲੇਲੂਇਆ। ਇੱਕ ਗੱਡੇ ਦੇ ਵਿੱਚ ਉਹਨੂੰ ਸਿੱਟਿਆ ਗਿਆ, ਤਾਂ ਕਹਿੰਦਾ ਜੇ ਪਿਟ ਦੀ ਇੱਕ ਟੋਏ ਦੇ ਵਿੱਚ ਤੁਹਾਨੂੰ ਸਿੱਟਿਆ ਜਾਂਦਾ ਹੈ ਤਾਂ ਉਹਦੀ ਫੁੱਲ ਫਾਰਮ ਕੀ ਬਣਦੀ ਹੈ? ਪਾਸਟਰ ਇਨ ਟ੍ਰੇਨਿੰਗ। ਔਰ ਇਹਨੂੰ ਮੈਂ ਥੋੜਾ ਹੋਰ ਜ਼ਿਆਦਾ ਕਲੀਅਰ ਕਰਾਂਗਾ। ਡਿਸਾਈਪਲ ਜੋ ਹੁੰਦਾ ਹੈ, ਡਿਸਾਈਪਲ ਨੂੰ ਇੱਕ ਹੋਰ ਵਰਡ ਕਿਹਾ ਜਾਂਦਾ ਜੋ ਪੀ ਤੋਂ ਹੁੰਦਾ, ਉਹਨੂੰ ਕਿਹਾ ਜਾਂਦਾ ਪਿਊਪਲ। ਸੋ ਮੈਂ ਕਹਾਂਗਾ ਇੱਕ ਚੇਲਾ ਵੀ ਉਦੋਂ ਹੀ ਮਤਲਬ ਕਿ ਟ੍ਰੇਨਿੰਗ ਵਿੱਚ ਜਾਂਦਾ ਜਦੋਂ ਟੋਏ ਦੇ ਵਿੱਚੋਂ ਨਿਕਲਦਾ ਹੈ। ਹਾਲੇਲੂਇਆ। ਸੋ ਮੈਂ ਕਹਾਂਗਾ ਪਿਊਪਲ ਇਨ ਟ੍ਰੇਨਿੰਗ, ਪਾਸਟਰ ਇਨ ਟ੍ਰੇਨਿੰਗ, ਪ੍ਰੀਚਰ ਇਨ ਟ੍ਰੇਨਿੰਗ। ਹਾਲੇਲੂਇਆ। ਉਹਨਾਂ ਨੇ ਬਹੁਤ ਵਧੀਆ ਦੱਸਿਆ। ਸੋ ਉਸੇ ਤਰੀਕੇ ਨਾਲ ਕਰੇਲੇ ਦਾ ਸਵਾਦ ਬਦਲਣ ਦੇ ਲਈ ਉਹਦੀ ਪਹਿਲਾਂ ਛਿੱਲ ਲਾਉਣੀ ਪੈਂਦੀ ਹੈ। ਛਿੱਲ ਲਾ ਕੇ ਫੇਕ ਹੀ ਦਿੱਤਾ ਜਾਂਦਾ ਹੈ, ਉਹਦੇ ਉੱਤੇ ਇੱਕ ਚੀਰਾ ਦਿੱਤਾ ਜਾਂਦਾ ਹੈ। ਆਏ
ਚੀਰੇ ਤੋਂ ਬਾਅਦ ਉਹਦੇ ਅੰਦਰ ਜੋ ਕੜਵਾਹਟ ਦੇ ਬੀਜ ਹਨ ਉਹ ਬੀਜ ਕੱਢੇ ਜਾਂਦੇ ਹਨ। ਫਿਰ ਬੀਜ ਕੱਢ ਕੇ ਉਹਦੇ ਅੰਦਰ ਕੀ ਭਰਿਆ ਜਾਂਦਾ ਹੈ? ਮਸਾਲਾ ਭਰਿਆ ਜਾਂਦਾ ਹੈ, ਤਾਂ ਕਿ ਉਹਦਾ ਸਵਾਦ ਬਦਲੇ। ਔਰ ਸੱਚ, ਮਸਾਲਾ ਭਰਨ ਤੋਂ ਪਹਿਲਾਂ, ਕੱਟ ਲਾਉਣ ਤੋਂ ਪਹਿਲਾਂ ਇੱਕ ਚੀਜ਼ ਮੈਂ ਦੱਸਣਾ ਭੁੱਲ ਗਿਆ, ਛਿੱਲ ਕੇ ਉੱਤੇ ਨਮਕ ਵੀ ਛਿੜਕਿਆ ਜਾਂਦਾ ਹੈ। ਹਾਲੇਲੂਇਆ। ਉਹਨੂੰ ਰੱਖਿਆ ਜਾਂਦਾ ਹੈ ਥੋੜੀ ਚਿਰ ਦੇ ਲਈ। ਸੋ ਉਹਦੇ ਅੰਦਰ ਮਸਾਲਾ ਭਰਿਆ ਗਿਆ। ਮਸਾਲਾ ਕੀ ਹੈ? ਕਿ ਅਸੀਂ ਕੀ ਹੈ? ਉਹ ਪਵਿੱਤਰ ਆਤਮਾ ਔਰ ਵਚਨ ਉਹਦੇ ਅੰਦਰ ਭਰਿਆ ਗਿਆ। ਉਹਦੇ ਤੋਂ ਬਾਅਦ ਉਹਦੇ ਉੱਤੇ ਧਾਗਾ ਲਪੇਟਿਆ ਜਾਂਦਾ ਹੈ। ਹਾਲੇਲੂਇਆ। ਤਾਂ ਕਿ ਉਹਦੇ ਅੰਦਰ ਉਹ ਨਿਕਲ ਨਾ ਜਾਵੇ। ਹਾਲੇਲੂਇਆ। ਸੋ ਉਸੇ ਤਰੀਕੇ ਨਾਲ ਅਸੀਂ ਕਹਿੰਦੇ ਬਾਰ-ਬਾਰ ਚਰਚ ਆਓ, ਬਾਰ-ਬਾਰ ਬਾਈਬਲ ਪੜ੍ਹੋ, ਤਾਂ ਕਿ ਆਪ ਵਚਨ, ਜਿਸ ਤਰ੍ਹਾਂ ਦਾਊਦ ਕਹਿੰਦਾ ਕਿ ਮੈਂ ਤੇਰੇ ਵਚਨਾਂ ਨੂੰ ਦਿਲ ਦੀ ਪੱਟੀਆਂ ਦੇ ਉੱਤੇ ਲਿਖ ਲਿਆ ਕਿ ਤੇਰਾ ਪਾਪ ਨਾ ਕਰਾਂ। ਹਾਲੇਲੂਇਆ। ਫਿਰ ਉਹਦੇ ਤੋਂ ਬਾਅਦ ਉਹਨੂੰ ਤਲਿਆ ਜਾਂਦਾ ਹੈ ਗਰਮ ਤੇਲ ਦੇ ਵਿੱਚ। ਫਿਰ ਜਾ ਕੇ ਉਸ ਕਰੇਲੇ ਦਾ ਸਵਾਦ ਬਦਲਦਾ ਹੈ। ਪਰ ਅੱਜ ਕੱਲ ਦੇ ਪ੍ਰਚਾਰਕ ਸਿਰਫ ਇੱਥੇ ਜਾ ਕੇ ਛੱਡ ਦਿੰਦੇ ਹਨ ਕਿ ਤੁਸੀਂ ਪਾਣੀ ਦਾ ਬਪਤਿਸਮਾ ਲੈ ਲਿਆ ਤਾਂ ਤੁਸੀਂ ਬਸ ਹੁਣ ਸਵਰਗ ਦੀ ਐਂਟਰੀ ਪੱਕੀ, ਜਾਂ ਉੱਤੇ ਤੇਲ ਸਿਰ ਦੇ ਉੱਤੇ ਪਾ ਦਿੰਦੇ ਆ, ਤੇਲ ਦਾ ਅਭਿਸ਼ੇਕ ਕਰ ਦਿੱਤਾ, ਚਲੋ ਜੀ ਤੁਹਾਡਾ ਅਭਿਸ਼ੇਕ ਹੋ ਗਿਆ, ਤੁਹਾਡਾ ਅਭਿਸ਼ੇਕ ਹੋ ਗਿਆ। ਨਹੀਂ, ਬਾਈਬਲ ਕਹਿੰਦਾ ਹੈ ਜਦ ਸ਼ਾਊਲ ਦਾ ਵੀ ਅਭਿਸ਼ੇਕ ਤੇਲ ਦੇ ਨਾਲ ਕੀਤਾ ਤਾਂ ਤੇਲ ਦੇ ਨਾਲ ਅਭਿਸ਼ੇਕ ਕਰਨ ਨਾਲ ਨਹੀਂ ਉਹਦਾ ਪਰਿਵਰਤਨ ਹੋਇਆ ਸੀ, ਪਰ ਜਦ ਪਰਮੇਸ਼ਰ ਦਾ ਆਤਮਾ ਉਹਦੇ ਤੇ ਉਤਰਿਆ ਤਾਂ ਉਹਦਾ ਪਰਿਵਰਤਨ ਹੋਇਆ ਸੀ। ਅਸਲੀ ਅਭਿਸ਼ੇਕ ਪਰਮੇਸ਼ਰ ਦਾ ਆਤਮਾ ਕਰਦਾ ਹੈ। ਅਸਲੀ ਜੋ ਪਰਿਵਰਤਨ ਹੈ ਉਹ ਕੀ ਹੈ? ਉਹ ਪਾਣੀ ਦੇ ਬਪਤਿਸਮੇ ਦੇ ਨਾਲ ਨਹੀਂ, ਉਹ ਪਵਿੱਤਰ ਆਤਮਾ ਦੇ ਬਪਤਿਸਮੇ ਨਾਲ ਹੁੰਦਾ ਹੈ। ਪਾਣੀ ਦਾ ਬਪਤਿਸਮਾ ਇੱਕ ਆਗਿਆਕਾਰੀ ਹੈ ਜੋ ਅਸੀਂ ਕਰਦੇ ਹਾਂ, ਜਿਹਦੇ ਤੋਂ ਬਾਅਦ ਪਵਿੱਤਰ ਆਤਮਾ ਦੇਖਦਾ ਹੈ ਇਹ ਵਿਅਕਤੀ ਤਿਆਰ ਹੋ ਰਿਹਾ ਹੈ। ਫਿਰ ਅਸੀਂ ਆਪਣੇ ਗੁਨਾਹਾਂ ਨੂੰ, ਅਸੀਂ ਆਪਣੇ ਜੋ ਸਾਡੇ ਸਾਹਮਣੇ ਹਨ ਗੁਨਾਹਾਂ ਨੂੰ, ਉਹਨਾਂ ਨੂੰ ਛੱਡਦੇ ਹਾਂ। ਪਵਿੱਤਰ ਆਤਮਾ ਦੇਖਦਾ ਹੈ ਇਹ ਤਿਆਰ ਹੋ ਰਿਹਾ ਹੈ। ਫਿਰ ਸ਼ੈਤਾਨ ਤਰ੍ਹਾਂ ਦੇ ਐਗਜ਼ਾਮੀਨੇਸ਼ਨ ਲੈ ਕੇ ਆਉਂਦਾ ਹੈ, ਲਸਟ ਲੈ ਕੇ ਆਉਂਦਾ ਹੈ, ਧਨ ਦਾ ਲੋਭ ਲੈ ਕੇ ਆਉਂਦਾ ਹੈ, ਉਹ ਹੋਰ ਤਰ੍ਹਾਂ ਦੇ ਵਿਭਚਾਰ ਦਾ ਤੁਹਾਡੇ ਅੱਗੇ ਲੈ ਕੇ ਆਵੇਗਾ। ਜਦ ਤੁਸੀਂ ਉਹਦੇ ਵਿੱਚੋਂ ਵੀ ਪਾਸ ਹੋਵੋਗੇ, ਪਵਿੱਤਰ ਆਤਮਾ ਦੇਖੇਗਾ ਇਹ ਤਿਆਰ ਹੋ ਰਿਹਾ ਹੈ। ਜਦ ਪਵਿੱਤਰ ਆਤਮਾ ਦੇਖਿਆ ਆ ਤਿਆਰ ਹੋ ਗਿਆ ਤਾਂ ਉਦੋਂ ਫਿਰ ਪਵਿੱਤਰ ਆਤਮਾ ਤੁਹਾਨੂੰ ਆਪਣੀ ਸਮਰਥ ਨਾਲ ਅਭਿਸ਼ੇਕ ਕਰੇਗਾ ਔਰ ਫਿਰ ਤੁਸੀਂ ਸਵਰਗ ਰਾਜ ਦੇ ਲਈ ਤਿਆਰ ਹੋਵੋਗੇ। ਹਾਲੇਲੂਇਆ। ਕਿਉਂ? ਕਿਉਂਕਿ ਜੋ ਕੋਈ ਮਸੀਹ ਦੇ ਵਿੱਚ ਹੈ ਉਹ ਨਵੀਂ ਸ੍ਰਿਸ਼ਟੀ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਸਭ ਨਵਾਂ ਹੋ ਗਿਆ। ਜੇ ਹਜੇ ਤੱਕ ਤੁਹਾਡਾ ਸਭ ਕੁਝ ਨਵਾਂ ਨਹੀਂ ਹੋਇਆ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਹਜੇ ਤੁਸੀਂ ਅਭਿਸ਼ੇਕ ਨਹੀਂ ਪਾਇਆ, ਹਜੇ ਤੁਸੀਂ ਪਵਿੱਤਰ ਆਤਮਾ ਦਾ ਬਪਤਿਸਮਾ ਨਹੀਂ ਪਾਇਆ। ਔਰ ਜਿਹੜਾ ਮੇਰਾ ਵਿਸ਼ਾ ਸੀ, ਹਜੇ ਤੁਸੀਂ ਬੌਰਨ ਅਗੇਨ ਨਹੀਂ ਹੋਏ। ਪਾਣੀ ਦੇ ਬਪਤਿਸਮੇ ਨਾਲ ਨਹੀਂ, ਬਾਈਬਲ ਕਹਿੰਦਾ ਜਲ ਔਰ ਆਤਮਾ ਦਾ ਬਪਤਿਸਮਾ ਹੋਣਾ ਬਹੁਤ ਜ਼ਰੂਰੀ ਹੈ। ਸੋ ਬੌਰਨ ਅਗੇਨ ਹੋਣਾ ਬਹੁਤ ਜ਼ਰੂਰੀ ਹੈ ਜੇ ਸਵਰਗ ਰਾਜ ਵਿੱਚ ਜਾਣਾ ਹੈ। ਇਸ ਕਰਕੇ ਅੱਜ ਤੋਂ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਡੇ ਅੱਗੇ ਇੱਕ ਬਲੂਪ੍ਰਿੰਟ ਛੱਡ ਦਿੱਤਾ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕਰਨਾ ਹੈ। ਯਿਸੂ ਮਸੀਹ ਨੇ ਪਾਣੀ ਦਾ ਬਪਤਿਸਮਾ ਲੈ ਕੇ ਉਸ ਤੋਂ ਬਾਅਦ ਪ੍ਰਾਰਥਨਾ ਦੇ ਵਿੱਚ ਚਲੇ ਗਏ ਤਾਂ ਕਿ ਸਮਰਥ ਔਰ ਪਵਿੱਤਰ ਆਤਮਾ ਦੇ ਨਾਲ ਉਹਨਾਂ ਨੂੰ ਬਪਤਿਸਮਾ ਹੋ ਸਕੇ। ਉਹ ਚੀਜ਼ ਨੂੰ ਤੁਸੀਂ ਵੀ ਅੱਜ ਤੋਂ ਸ਼ੁਰੂ ਕਰ ਦਈਏ ਕਿ ਪ੍ਰਭੂ ਯਿਸੂ, ਤੁਸੀਂ ਜੋ ਪਵਿੱਤਰ ਆਤਮਾ ਦਾ ਬਪਤਿਸਮਾ ਦਿੰਦੇ ਹੋ, ਮੈਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦਿਓ। ਫਿਰ ਜਦ ਤੱਕ ਤੁਹਾਡਾ ਸੁਭਾਅ ਨਹੀਂ ਬਦਲਣਾ ਸ਼ੁਰੂ ਹੁੰਦਾ ਤਦ ਤੱਕ ਕਹਿੰਦੇ ਰਹੋ, ਜਦ ਤੱਕ ਅੰਦਰੋਂ ਆਵਾਜ਼ ਨਹੀਂ ਆਉਣੀ ਸ਼ੁਰੂ ਹੁੰਦੀ ਕਿ ਬੇਟੇ ਆਹ ਚੀਜ਼ ਗਲਤ ਹੈ, ਆਹ ਚੀਜ਼ ਗਲਤ ਹੈ। ਕੰਟਰੋਲ ਕਰ ਆਪਣੇ ਗੁੱਸੇ ਨੂੰ, ਝੂਠ ਨਾ ਬੋਲ, ਚੁਗਲੀ ਨਾ ਕਰ, ਈਰਖਾ ਨਾ ਕਰ, ਧਨ ਦਾ ਲੋਭ ਨਾ ਕਰ। ਜਦ ਤੱਕ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਅੰਦਰ ਆਉਣੀਆਂ ਨਹੀਂ ਸ਼ੁਰੂ ਹੁੰਦੀਆਂ, ਸਮਝ ਲੀजिए ਹਜੇ ਪਵਿੱਤਰ ਆਤਮਾ ਤੁਹਾਡੇ ਨਾਲ ਬੋਲਣਾ ਸ਼ੁਰੂ ਨਹੀਂ ਹੋਇਆ। ਔਰ ਫਿਰ ਤੁਸੀਂ ਡਟੇ ਰਹੀਏ। ਹਾਲੇਲੂਇਆ। ਜਿਸ ਤਰ੍ਹਾਂ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਕਿ ਇੱਕ ਜਨ ਡਟਿਆ ਰਿਹਾ ਕਿ ਜਦ ਤੱਕ ਤੂੰ ਮੈਨੂੰ ਬਰਕਤ ਨਹੀਂ ਦੇਵੇਗਾ ਤੈਨੂੰ ਨਹੀਂ ਛੱਡੂੰਗਾ। ਹਾਲੇਲੂਇਆ। ਡਟੇ ਰਹੀਏ ਔਰ ਫਿਰ ਤੁਹਾਡਾ ਜੋ ਸੁਭਾਅ ਬਦਲੇਗਾ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪਵਿੱਤਰ ਆਤਮਾ ਦਾ ਜਦ ਤੁਹਾਨੂੰ ਬਪਤਿਸਮਾ ਮਿਲ ਗਿਆ ਨਾ ਤਾਂ ਸੋਚ ਕੇ ਦੇਖੀਏ ਕਿ ਜਦ ਤੁਸੀਂ ਜਾਓਗੇ ਆਪਣੇ ਰਿਸ਼ਤੇਦਾਰਾਂ ਦੇ ਘਰ, ਉਹ ਕਹਿਣਗੇ ਕਿ ਵੀ ਸਾਡੀ ਕੁੜੀ ਤਾਂ ਬੜੀ ਦੇਰ ਦੀ ਬਿਮਾਰ ਹੈ, ਤੁਸੀਂ ਕਹੋਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਾਰਥਨਾ ਕਰਦੀ ਹਾਂ, ਉਹ ਚੰਗੀ ਹੋ ਜਾਵੇਗੀ। ਹਾਲੇਲੂਇਆ। ਜਦ ਪਵਿੱਤਰ ਆਤਮਾ ਦਾ ਬਪਤਿਸਮਾ ਮਿਲ ਗਿਆ, ਕਿਸੇ ਨੂੰ ਦੁਸ਼ਟ ਆਤਮਾ ਸਤਾਉਂਦਾ ਹੋਵੇਗਾ, ਤੁਸੀਂ ਜਾਓਗੇ, ਤੁਸੀਂ ਆਗਿਆ ਦੇਵੋਗੇ ਤਾਂ ਸ਼ੈਤਾਨ ਭੱਜੇਗਾ। ਹਾਲੇਲੂਇਆ। ਔਰ ਉਹ ਲੋਕੀ ਕਹਿਣਗੇ ਤੁਸੀਂ ਸਾਡੇ ਘਰੇ ਆਇਆ ਕਰੋ, ਸਿਸਟਰ ਰਹਿ ਕੇ ਜਾਓ, ਬ੍ਰਦਰ ਰਹਿ ਕੇ ਜਾਓ। ਹਾਲੇਲੂਇਆ। ਕਿਉਂ? ਕਿਉਂਕਿ ਤੁਹਾਡੇ ਅੰਦਰ ਹੁਣ ਕੌਣ ਆ ਗਿਆ ਹੈ? ਪਵਿੱਤਰ ਆਤਮਾ ਆ ਗਿਆ ਹੈ। ਅੱਜ ਜ਼ਰੂਰੀ ਹੈ। ਪਵਿੱਤਰ ਆਤਮਾ ਦਾ ਬਪਤਿਸਮਾ ਫਿਰ ਮੈਂ ਦੱਸਣਾ ਚਾਹੁੰਦਾ ਹਾਂ, ਪਵਿੱਤਰ ਆਤਮਾ ਦਾ ਬਪਤਿਸਮਾ ਸਿਰਫ ਖਾਸ ਕਿਸੇ ਪ੍ਰਚਾਰਕ ਲਈ ਹੀ ਨਹੀਂ ਹੈ, ਉਹ ਸਭ ਦੇ ਲਈ ਹੈ। ਕਿਉਂਕਿ ਬਾਈਬਲ ਦੇ ਵਿੱਚ ਦੇਖੀਏ ਤਾਂ ਲਿਖਿਆ ਹੈ, ਕਹਿੰਦੇ ਅੰਤ ਦੇ ਦਿਨ ਦੇ ਵਿੱਚ ਮੈਂ ਆਪਣਾ ਆਤਮਾ ਹਰ ਬਦਨ ਦੇ ਉੱਤੇ ਬਹਾਵਾਂਗਾ।
ਹਰ ਬਦਨ ਦੇ ਉੱਤੇ ਛੋਟੇ ਛੋਟੇ ਬੱਚੇ ਵੀ ਪਰਮੇਸ਼ਰ ਦੇ ਆਤਮਾ ਦੇ ਨਾਲ ਭਰਪੂਰ ਹੋਣਗੇ। ਬਾਈਬਲ ਕਹਿੰਦਾ ਹੈ ਜੋ ਬਜ਼ੁਰਗ ਹਨ ਉਹ ਵੀ ਪਵਿੱਤਰ ਆਤਮਾ ਦੇ ਨਾਲ ਭਰ ਜਾਣਗੇ। ਬਾਈਬਲ ਕਹਿੰਦਾ ਜਵਾਨ ਪਵਿੱਤਰ ਆਤਮਾ ਦੇ ਨਾਲ ਭਰਨਗੇ। ਹਾਲੇਲੂਇਆ। ਸੋ ਵੀ ਨੀਡ ਟੂ ਬੀ ਬੋਰਨ ਅਗੇਨ। ਅਸੀਂ ਦੁਬਾਰਾ ਜਨਮ ਲੈਣਾ ਹੈ, ਨਵਾਂ ਜਨਮ ਲੈਣਾ ਹੈ। ਔਰ ਨਵਾਂ ਜਨਮ ਮੈਂ ਫਿਰ ਇੱਕ ਵਾਰੀ ਕਹਿਣਾ ਚਾਹੁੰਦਾ ਹਾਂ, ਉਹਦੇ ਵਿੱਚ ਪਵਿੱਤਰ ਆਤਮਾ ਦੁਆਰਾ ਜਨਮ ਲੈਣਾ ਬਹੁਤ ਜ਼ਰੂਰੀ ਹੈ। ਹਾਲੇਲੂਇਆ। ਸੋ ਪਰਮੇਸ਼ਰ ਇਹਨਾਂ ਵਚਨਾਂ ਤੇ ਬਹੁਤ ਬਰਕਤ ਦੇਵੇ। ਅਸੀਂ ਹਰ ਐਤਵਾਰ ਕੈਨੇਡੀਅਨ ਟਾਈਮ ਹੈ ਜੋ ਉਹ 11 ਵਜੇ ਹੈ ਸਵੇਰੇ, ਉਸ ਵੇਲੇ ਇਕੱਠੇ ਹੁੰਦੇ ਹਾਂ। ਇੰਡੀਅਨ ਟਾਈਮ ਜੋ ਹੈ ਉਹ 9:30 ਵਜੇ ਦਾ ਹੁੰਦਾ ਹੈ। ਮੇਰੇ ਖਿਆਲ ਤੋਂ 9:30 ਸੀ। ਅਗਲੀ ਵਾਰੀ ਜੋ ਹੈ ਮੈਂ ਤੁਹਾਨੂੰ ਪਹਿਲੋਂ ਹੀ ਫਰਾਈਡੇ ਜਾਂ ਸੈਟਰਡੇ ਨੂੰ ਲਿੰਕ ਭੇਜ ਦੇਵਾਂਗਾ ਤਾਂ ਕਿ ਅਸੀਂ ਸਭ ਤਿਆਰ ਰਹੀਏ। ਔਰ ਜਿੰਨੇ ਵੀ ਲੋਕ ਸਾਡੇ ਨਾਲ ਜੁੜੇ ਹੋਏ ਹਨ ਉਹ ਸਭ ਲੋਕ ਇਸ ਬੰਦਗੀ ਦੇ ਵਿੱਚ ਸ਼ਾਮਿਲ ਹੋ ਸਕੇ। ਔਰ ਜਿਹੜੀ ਆ ਬੰਦਗੀ ਹੈ ਉਹ ਮੈਂ YouTube ਤੇ ਵੀ ਅੱਜ ਦੀ ਪਾਵਾਂਗਾ। ਜਿਨ੍ਹਾਂ ਨੇ ਮਿਸ ਕੀਤੀ ਹੈ ਉਹ ਜ਼ਰੂਰ ਉਹਨੂੰ ਸੁਣੀਏਗਾ ਔਰ ਸਮਝੀਏਗਾ ਕਿ ਨਵਾਂ ਜਨਮ ਕੀ ਹੈ। ਹਾਲੇਲੂਇਆ। ਸੋ ਆइए